किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। छेवें कांड का तीजा भाग। सबना सरबत सगल शब्दां दे अर्थां बारे भुलेखा। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। दास नूं कई पाठकां दे खत मिले हन ਅਤੇ ਕਈਆਂ ਨੇ ਮਿਲ ਕੇ ਵੀ ਅੱਗੇ ਲਿਖੇ ਗੁਰੂ ਫਰਮਾਨਾਂ ਦੇ ਆਧਾਰ 'ਤੇ ਸ਼ੰਕੇ ਪ੍ਰਗਟਾਏ ਹਨ। ਸ਼ਲੋਕ ਮਹੱਲਾ ਦੂਜਾ। ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ। ਪੰਨਾ 1238। ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਇ। ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ। ਪੰਨਾ 1015। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਪੰਨਾ 1364। ਅਤੇ ਕਾਨੜਾ ਮਹੱਲਾ ਪੰਜਵਾਂ। ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਰਹਾ। ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ। ਸਭ ਮੈਂ ਰਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ। ਪੰਨਾ 1299। ਨਿਰਵੈਰਤਾ ਸਿਖਾਉਣ ਵਾਲੇ ਹੋਰ ਬੇਅੰਤ ਗੁਰੂ ਸ਼ਬਦ ਅਤੇ ਫਿਰ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ। ਪੰਨਾ 1245। ਇਹਨਾਂ ਪੰਜ ਗੁਰੂ ਫਰਮਾਨਾਂ ਤੋਂ ਇਲਾਵਾ ਅਜਿਹੇ ਹੋਰ ਕਈ ਗੁਰੂ ਸ਼ਬਦ ਹਨ ਜਿਨ੍ਹਾਂ ਵਿੱਚ ਆਪਣੇ ਆਪ ਨਾਲੋਂ ਹੋਰ ਸਾਰਿਆਂ ਨੂੰ ਚੰਗਾ ਸਮਝਣ ਦਾ ਉਪਦੇਸ਼ ਹੈ। ਬੇਅੰਤ ਗੁਰੂ ਸ਼ਬਦਾਂ ਅਨੁਸਾਰ ਸਾਰਿਆਂ ਜੀਵਾਂ ਵਿੱਚ ਪਰਮਾਤਮਾ ਦੀ ਜੋਤ ਅਥਵਾ ਪਰਮਾਤਮਾ ਆਪ ਹੀ ਵਿਆਪਕ ਹੈ। ਇਸ ਲਈ ਕਿਸੇ ਨੂੰ ਵੀ ਮੰਦਾ ਕਹਿਣਾ ਪ੍ਰਭੂ ਨੂੰ ਮੰਦਾ ਕਹਿਣ ਤੁਲ ਹੈ। ਸਾਰਿਆਂ ਦਾ ਸਿਰਜਣਹਾਰ ਪਾਲਣਹਾਰ ਅਥਵਾ ਸਰਬੱਤ ਦਾ ਮਾਤਾ ਪਿਤਾ ਵੀ ਉਹੀ ਹੈ। ਇਸ ਲਈ ਹਰ ਥਾਂ ਉਸੇ ਪ੍ਰਭੂ ਨੂੰ ਵਿਆਪਕ ਜਾਣਦਿਆਂ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਸਮਝ ਕੇ ਸਰਬੱਤ ਨਾਲ ਪਿਆਰ ਸਤਿਕਾਰ ਰੱਖਣ ਦਾ ਉਪਦੇਸ਼ ਹੈ। ਇਸ ਗੁਰਮਤਿ ਸਿੱਖਿਆ ਬਾਰੇ ਸ਼ੰਕਾ ਇਹ ਦਰਸਾਇਆ ਜਾਂਦਾ ਹੈ ਕਿ ਸਾਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਦਾ ਅਰਥ ਕੀ ਇਹ ਹੈ ਕਿ ਡਾਕਾ ਮਾਰਨ ਆਏ ਸਾਨੂੰ ਜਾਨੋਂ ਮਾਰਨ ਆਏ ਸਾਡਾ ਘਰ ਘਾਟ ਸਾਡੀ ਪੱਤ ਆਦਿ ਸਭ ਕੁਝ ਲੁੱਟ ਕੇ ਲੈ ਜਾਣ ਵਾਲੇ ਅਜਿਹੇ ਸਾਰੇ ਜ਼ਾਲਮ ਉਪਦਰਵੀਆਂ ਨੂੰ ਹੀ ਆਪਣੇ ਨਾਲੋਂ ਚੰਗਾ ਸਮਝ ਕੇ ਉਹਨਾਂ ਵਿਰੁੱਧ ਕੋਈ ਰੋਸ ਨਹੀਂ ਕਰਨਾ ਚਾਹੀਦਾ। ਫਿਰ ਸ਼ਿਕਾਇਤ ਕਿਸ ਦੀ ਅਤੇ ਪੁਲਿਸ ਕਚਹਿਰੀਆਂ ਆਦਿ ਦੀ ਲੋੜ ਕੀ ਰਹੀ। ਜਿਹੜਾ ਤਗੜਾ ਹੈ ਮਾੜੇ ਨੂੰ ਮਾਰ ਕੇ ਨਿਝੱਕ ਹੋ ਕੇ ਛਕੀ ਜਾਏ। ਫਿਰ ਜਦ ਸਾਰਾ ਸੰਸਾਰ ਹੀ ਮਿੱਤਰ ਹੈ ਤਾਂ ਖਾਲਸਾ ਜੀ ਦੇ ਜੰਗਾਂ ਯੁੱਧਾਂ ਦੇ ਇਤਿਹਾਸ ਦਾ ਅਰਥ ਕੀ ਬਣਦਾ ਹੈ। ਖਾਲਸਾ ਜੀ ਦੇ ਸਾਰੇ ਸੰਘਰਸ਼ ਕੀ ਗੁਰਮਤਿ ਦੇ ਵਿਰੁੱਧ ਸਨ। ਲੋਕਾਂ ਵੱਲੋਂ ਪੁੱਜੇ ਸ਼ੰਕਿਆਂ ਦਾ ਦੂਜਾ ਪੱਖ ਹੋ ਸਭਨਾ ਕੀ ਰੇਣੂਕਾ ਦਾ ਅਰਥ ਕੀ ਇਹ ਹੈ। ਨੰਬਰ 1 ਸਤਿਗੁਰਾਂ ਨੂੰ ਤੱਤੀ ਲੋਹ 'ਤੇ ਬਿਠਾਲ ਕੇ ਸ਼ਹੀਦ ਕਰਵਾਉਣ ਵਾਲੇ ਹਾਕਮਾਂ ਦੇ ਜਲਾਦਾਂ ਦੇ ਮਤਾਵਾਂ ਦੇ ਸਾਹਮਣੇ ਬੇਰਹਿਮੀ ਨਾਲ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਟੁਕੜਿਆਂ ਦਾ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਾਉਣ ਵਾਲਿਆਂ ਦੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਹੁਰਮਤੀ ਕਰਨ ਵਾਲਿਆਂ ਅਹਿਮਦ ਸ਼ਾਹ ਅਬਦਾਲੀ ਮੱਸਾ ਰੰਗੜ ਇੰਦਰਾ ਦੇ ਅਤੇ ਹੋਰ ਬੇਅੰਤ ਜ਼ਾਲਮ ਕਾਤਲਾਂ ਲੁਟੇਰਿਆਂ ਆਦਿ ਸਭਨਾਂ ਦੇ ਚਰਨਾਂ ਦੀ ਧੂੜ ਵੀ ਬਣੇ ਰਹਿਣ ਦਾ ਉਪਦੇਸ਼ ਹੈ ਕਿ ਉਸ ਧੱਕੇਖੋਰ ਦੇ ਚਰਨਾਂ ਦੀ ਧੂੜ ਵੀ ਬਣਨਾ ਪੈਣਾ ਹੈ ਜਿਸ ਨੇ ਸਾਡੀ ਬੱਚੀ ਨਾਲ ਬਲਾਤਕਾਰ ਕੀਤਾ ਹੈ। ਅਤੇ ਜੇ ਇਹ ਗੱਲ ਨਹੀਂ ਤਾਂ ਸਭਨਾ ਲਫ਼ਜ਼ ਦਾ ਅਰਥ ਕੀ ਰਹਿ ਜਾਂਦਾ ਹੈ। ਅਤੇ ਜਦ ਅਸੀਂ ਸਰਬੱਤ ਦਾ ਹੀ ਭਲਾ ਮੰਗਦੇ ਹਾਂ ਤਾਂ ਜ਼ਾਲਮਾਂ ਵਿਰੁੱਧ ਹਥਿਆਰ ਚੁੱਕਣ ਦੀ ਖੁੱਲ੍ਹ ਕਿਵੇਂ ਰਹਿ ਗਈ। ਅਤੇ ਜਦ ਅਸੀਂ ਵੈਰੀਆਂ ਨੂੰ ਅਥਵਾ ਦੁਸ਼ਟਾਂ ਨੂੰ ਸੋਧਣ ਦੀ ਗੱਲ ਕਰਦੇ ਹਾਂ ਤਾਂ ਸਾਰਿਆਂ ਵਿੱਚ ਪ੍ਰਭੂ ਦੇ ਦਰਸ਼ਨ ਕਰਨ ਦਾ ਅਤੇ ਸਰਬੱਤ ਦੇ ਭਲੇ ਵਾਲੀ ਗੱਲ ਦਾ ਅਰਥ ਕੀ ਰਹਿ ਗਿਆ। ਸਰਬੱਤ ਸਗਲ ਸਭਨਾ ਸ਼ਬਦਾਂ ਵਿੱਚ ਚੰਗੇ ਮਾੜੇ ਨੇਕ ਬਦ ਮਜ਼ਲੂਮ ਜ਼ਾਲਮ ਆਸਤਕ ਨਾਸਤਕ ਆਦਿ ਸਾਰੇ ਹੀ ਆਉਂਦੇ ਹਨ। ਸਾਰਿਆਂ ਦੀ ਚਰਨ ਧੂੜ ਹੋ ਚੁੱਕੇ ਮਨ ਵਾਲਾ ਮਨੁੱਖ ਹਥਿਆਰ ਕਿਵੇਂ ਫੜ ਸਕਦਾ ਹੈ। ਜਿਸ ਮਨੁੱਖ ਦਾ ਮਨ ਜ਼ਾਲਮਾਂ ਕਾਤਲਾਂ ਡਾਕੂਆਂ ਚੋਰਾਂ ਆਦਿ ਸਭਨਾ ਕੀ ਰੇਣੂਕਾ ਬਣ ਗਿਆ ਫਿਰ ਉਹ ਆਪਣੀ ਹੀ ਪੱਤ ਲੁੱਟਣ ਵਾਲੇ ਦੇ ਵਿਰੁੱਧ ਵੀ ਕੋਈ ਰੋਸ ਕਿਵੇਂ ਕਰ ਸਕਦਾ ਹੈ। ਅਜਿਹੀ ਸਿੱਖਿਆ ਦਾ ਸਪਸ਼ਟ ਅਤੇ ਖੁੱਲ੍ਹ ਕੇ ਜ਼ਿਕਰ ਕੀਤੇ ਬਿਨਾਂ ਲਿਖਿਆ ਜਾ ਰਿਹਾ ਹੈ ਅਤੇ ਗੁਰੂ ਦਰਬਾਰਾਂ ਵਿੱਚ ਜੁੜੀਆਂ ਸੰਗਤਾਂ ਵਿੱਚ ਭਾਸ਼ਣਾਂ ਦੁਆਰਾ ਪ੍ਰਚਾਰਿਆ ਵੀ ਜਾ ਰਿਹਾ ਹੈ ਕਿ ਅਜਿਹੀ ਸਿੱਖਿਆ ਨੇ
ਭਾਰਤੀ ਮਨੁੱਖ ਕਮਜ਼ੋਰ ਅਤੇ ਡਰਪੋਕ ਕਰ ਦਿੱਤਾ ਸੀ। ਦਸ਼ਮੇਸ਼ ਜੀ ਦੀ ਰਚਨਾ ਦਾ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦਾ ਸਦਕਾ ਸਿੱਖਾਂ ਵਿੱਚ ਸੂਰਮਤਾਈ ਆਈ। ਸ੍ਰੀ ਪਿਆਰਾ ਸਿੰਘ ਪਦਮ ਆਪਣੀ ਪੁਸਤਕ ਦਸਮ ਗ੍ਰੰਥ ਦਰਸ਼ਨ ਦੇ 42 ਸਫ਼ੇ 'ਤੇ ਲਿਖਦੇ ਹਨ ਕਿ ਸ੍ਰੀ ਆਦਿ ਗ੍ਰੰਥ ਵਿੱਚ ਤਾਂ ਭਗਤੀ ਦੇ ਸ਼ਬਦ ਹਨ, ਜਿਨ੍ਹਾਂ ਦੇ ਪੜ੍ਹਨ ਨਾਲ ਮਨ ਵਿੱਚ ਸ਼ਾਂਤੀ ਆਉਂਦੀ ਹੈ, ਆਪਣੇ ਪਿਆਰੇ ਪ੍ਰਭੂ ਦਾ ਪ੍ਰੇਮ ਜਾਗਦਾ ਹੈ, ਯੁੱਧ ਆਦਿ ਦੇ ਭਾਵ ਚੂਰ ਹੁੰਦੇ ਹਨ। ਜਦੋਂ ਸ਼ਾਂਤੀ ਪ੍ਰਦਾਨ ਕਰਨ ਵਾਲੀ ਬਾਣੀ ਨੇ ਦਿਲਾਂ ਵਿੱਚ ਸ਼ਾਂਤੀ ਪ੍ਰਗਟਾਈ ਤਾਂ ਦਇਆ ਨੇ ਆਣ ਦਰਸ਼ਨ ਦਿੱਤੇ ਵਿਅੰਗ। ਫਿਰ ਦਸਮ ਗ੍ਰੰਥ ਵਿੱਚ ਆਈ ਬੀਰਤਾ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਦਸਮ ਗ੍ਰੰਥ ਬੀਰ ਰਸ ਪ੍ਰਦਾਨ ਹੈ। ਇਸ ਤੇ ਪੜ੍ਹਿਆਂ ਕਾਇਰਾਂ ਵਿੱਚ ਬੀਰਤਾ ਦਾ ਜੋਸ਼ ਪੈਦਾ ਹੋ ਜਾਂਦਾ ਹੈ। ਸੰਸਕ੍ਰਿਤ ਪੁਰਾਣਾਂ ਵਿੱਚੋਂ ਕਥਾਵਾਂ ਨੇ ਉਹਨਾਂ ਨੂੰ ਅਜਿਹੇ ਰੰਗ ਵਿੱਚ ਰੰਗਿਆ ਹੈ ਜੋ ਪੜ੍ਹਨ ਵਾਲਿਆਂ ਵਿੱਚ ਜੋਸ਼ ਆ ਜਾਵੇ। ਗੁਰੂ ਜੀ ਦਾ ਮੰਤਵ ਸੀ ਭਈ ਮਨੁੱਖ ਵਿੱਚ ਸਰੀਰਕ ਅਤੇ ਆਤਮਿਕ ਸ਼ਕਤੀ ਇਸ ਲਈ ਨਹੀਂ ਹੁੰਦੀ ਕਿ ਨਿਰਬਲ ਤੇ ਅਨਾਥਾਂ ਉੱਤੇ ਅਤਿਆਚਾਰ ਕਰੇ, ਬਲਕਿ ਇਸ ਲਈ ਹੁੰਦੀ ਹੈ ਭਈ ਮੁਸਲਮਾਨ ਹਾਕਮ ਹਿੰਦੂਆਂ ਉੱਤੇ ਅਤਿਆਚਾਰ ਕਰ ਰਹੇ ਹਨ। ਗੁਰੂ ਜੀ ਨੇ ਮੁਸਲਮਾਨ ਤਾਕਤ ਦਾ ਮੁਕਾਬਲਾ ਕਰਕੇ ਹਿੰਦੂਆਂ ਨੂੰ ਬਚਾਇਆ। ਹੁਣ ਸਿੱਖ ਕੇਵਲ ਸ਼ਿਸ਼ ਅਰਥਾਤ ਚੇਲੇ ਨਾ ਰਹੇ, ਬਲਕਿ ਸਿੰਘ ਅਰਥਾਤ ਸ਼ੇਰ ਬਹਾਦਰ ਹੋ ਗਏ ਅਤੇ ਇਸੇ ਬੇਥਵੀ ਤਰਜ਼ ਦਾ ਹੋਰ ਕਈ ਕੁਝ। ਪਦਮ ਜੀ ਨੇ ਦੌਲਤ ਰਾਏ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਸ ਨੇ ਦਸ਼ਮੇਸ਼ ਜੀ ਦਾ ਰਾਹ ਬਾਕੀ 9 ਗੁਰੂ ਸਾਹਿਬਾਨ ਨਾਲੋਂ ਅੱਡਰਾ ਕਰਕੇ ਵਿਖਾਇਆ ਅਤੇ ਉਸਨੇ ਵੀ ਸ੍ਰੀ ਕਲਗੀਧਰ ਜੀ ਨੂੰ ਹਿੰਦੂ ਧਰਮ ਦੇ ਰਾਖੇ ਦੇ ਰੂਪ ਵਿੱਚ ਚਿਤਰਿਆ ਹੈ। ਦਸਮ ਗ੍ਰੰਥ ਵਿਚਲੀ ਚੰਡੀ ਦੀ ਵਾਰ ਕਾਵ ਰਚਨਾ ਦਾ ਜ਼ਿਕਰ ਕਰਦਿਆਂ ਪਦਮ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਕਮਜ਼ੋਰ ਹੋ ਚੁੱਕੇ ਲੋਕਾਂ ਵਿੱਚ ਸੂਰਬੀਰਤਾ ਭਰਨ ਲਈ ਦਸ਼ਮੇਸ਼ ਜੀ ਨੇ ਪਹਿਲੇ ਗੁਰੂ ਸਾਹਿਬਾਨ ਨਾਲੋਂ ਬਾਣੀ ਲਿਖਣ ਦਾ ਢੰਗ ਅੱਡਰਾ ਕਰ ਲੈਣਾ ਠੀਕ ਸਮਝਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਦਸ਼ਮੇਸ਼ ਜੀ ਨੇ ਦੁਰਗਾ ਆਦਿ ਤ੍ਰੀਮਤ ਰੂਪ ਦੇਵੀਆਂ ਦੀ ਬਹਾਦਰੀ ਦੇ ਸਾਕਿਆਂ ਨੂੰ ਅਜਿਹੀ ਜੋਸ਼ੀਲੀ ਕਵਿਤਾ ਵਿੱਚ ਲਿਖਿਆ ਕਿ ਸਮਾਜ ਵਿੱਚ ਲਤਾੜੀ ਹੋਈ ਕਮਜ਼ੋਰ ਅਤੇ ਸਵੈਮਾਨ ਗਵਾ ਚੁੱਕੀ ਭਾਰਤੀ ਨਾਰੀ ਨੂੰ ਵੀ ਬਹਾਦਰ ਬਣਾ ਦਿੱਤਾ। ਭਾਵ ਝਾਂਸੀ ਦੀ ਰਾਣੀ ਜਿਹੀਆਂ ਸੂਰਬੀਰ ਬੀਬੀਆਂ ਦਾ ਜਨਮ ਲੈਣਾ ਦਸ਼ਮੇਸ਼ ਜੀ ਦੀ ਜੋਸ਼ੀਲੀ ਕਾਵ ਰਚਨਾ ਦੇ ਕਾਰਨ ਹੋਇਆ ਸੀ। ਪਦਮ ਜੀ ਅਨੁਸਾਰ ਇਹ ਸਿਹਰਾ ਕੇਵਲ ਦਸਮ ਗ੍ਰੰਥ ਦੀ ਬਾਣੀ ਦੇ ਹੀ ਸਿਰ ਹੈ। ਬਾਕੀ 9 ਗੁਰੂ ਸਾਹਿਬਾਨ ਦੀ ਘਾਲਣਾ ਅਤੇ ਗੁਰੂ ਬਾਣੀ ਨੇ ਸਫਲ ਕਿ ਕਮਜ਼ੋਰ ਡਰਪੋਕ ਅਤੇ ਨਿਤਾਣੇ ਹੋ ਚੁੱਕੇ ਭਾਰਤੀ ਮਰਦ ਅਤੇ ਤੀਵੀਆਂ ਸ਼ੇਰ ਵਾਂਗ ਗੱਜ ਕੇ ਜ਼ਾਲਮਾਂ ਦੇ ਗਲ ਜਾ ਪਏ ਸਨ। ਇਹ ਦਲੀਲ ਵੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਦਿੱਤੀ ਜਾਂਦੀ ਹੈ ਕਿ ਦਸ਼ਮੇਸ਼ ਜੀ ਦੀ ਨਿਆਰੀ ਬਾਣੀ ਦੀ ਉਚੇਚੀ ਮਹੱਤਤਾ ਦੇ ਕਾਰਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਵੱਧ 3 ਅਤੇ 2 ਦਾ ਅਨੁਪਾਤ ਸਤਿਕਾਰ ਦਿੱਤਾ ਗਿਆ ਹੈ। ਆਪਣੀ ਨਿਆਰੀ ਬਾਣੀ ਦੇ ਕਾਰਨ ਹੀ ਦਸ਼ਮੇਸ਼ ਜੀ ਨੇ ਨਿਆਰਾ ਖਾਲਸਾ ਪੈਦਾ ਕੀਤਾ ਅਤੇ ਇਸੇ ਕਾਰਨ ਉਚੇਚੇ ਤੌਰ 'ਤੇ ਦਸ਼ਮੇਸ਼ ਜੀ ਨੂੰ ਖਾਲਸਾ ਜੀ ਦਾ ਪਿਤਾ ਅਤੇ ਮਾਤਾ ਸਾਹਿਬਦੇਵਾਂ ਨੂੰ ਖਾਲਸੇ ਦੀ ਜਨਮਦਾਤੀ ਮਾਤਾ ਮੰਨਿਆ ਜਾਂਦਾ ਹੈ। ਨਿਆਰੇ ਖਾਲਸਾ ਜੀ ਵੱਲੋਂ ਨਿਆਰੀ ਕਿਸਮ ਦਾ ਰਾਜ ਭਾਗ ਸਥਾਪਿਤ ਕਰ ਲੈਣਾ ਵੀ ਕੇਵਲ ਦਸ਼ਮੇਸ਼ ਜੀ ਦੀ ਰਚੀ ਬੀਰਸੀ ਬਾਣੀਆਂ ਦਾ ਹੀ ਚਮਤਕਾਰ ਸੀ। ਪ੍ਰਭਾਵ ਇਹ ਦਿੱਤਾ ਗਿਆ ਹੈ ਕਿ ਸਭਨਾਂ ਦੇ ਚਰਨਾਂ ਦੀ ਧੂੜ ਬਣਨ ਦਾ ਉਪਦੇਸ਼ ਕਿਸੇ ਵੈਰੀ ਦਾ ਮੁਕਾਬਲਾ ਕਰਨ ਜੋਗਾ ਨਹੀਂ ਰਹਿਣ ਦਿੰਦਾ। ਆਦਿ ਆਦਿ ਦਸ਼ਮੇਸ਼ ਜੀ ਨੂੰ ਬਾਕੀ 9 ਗੁਰੂ ਸਾਹਿਬਾਨ ਨਾਲੋਂ ਅੱਡਰਾ ਸਿੱਧ ਕਰਨ ਵਾਲਾ ਕਈ ਤਰ੍ਹਾਂ ਦਾ ਊਲ ਜਲੂਲ। ਗੁਰਮਤਿ ਦਾ ਪੱਖ। ਸੁਹਿਰਦ ਗੁਰਸਿੱਖਾਂ ਦੇ ਮਨ ਵਿੱਚ ਵੀ ਗੁਰਬਾਣੀ ਪ੍ਰਤੀ ਅਜਿਹੇ ਸ਼ੰਕੇ ਪੈਦਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਬੜੇ ਵਿਰਲੇ ਗੁਰਮੁਖਾਂ ਨੂੰ ਛੱਡ ਕੇ ਸਾਰੇ ਹੀ ਗੁਰਬਾਣੀ ਦੇ ਗਿਆਨ ਤੋਂ ਦੁਖਦਾਈ ਹੱਦ ਤੱਕ ਅਣਜਾਣ ਹੋਣ ਕਰਕੇ ਕਈ ਤਰ੍ਹਾਂ ਦੇ ਭਰਮਾਂ ਵਿੱਚ ਫਸੇ ਹੋਏ ਹਾਂ। ਨੰਬਰ 1, ਪਹਿਲੀ ਸਮਝਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਸਾਰ ਦੇ ਆਰੰਭ ਤੋਂ ਲੈ ਕੇ ਅੱਜ ਤੱਕ ਲਿਖੇ ਗਏ ਸਾਰੇ ਧਰਮ ਗ੍ਰੰਥਾਂ ਵਿੱਚੋਂ ਨਿਆਰੇ ਅਤੇ ਹਰ ਪੱਖੋਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਥਾਂ ਬੈਠ ਕੇ ਇੱਕ ਹੀ ਸਮੇਂ ਇੱਕ ਹੀ ਵਾਤਾਵਰਣ ਵਿੱਚ ਨਹੀਂ ਲਿਖੀ ਗਈ। ਸ਼ੇਖ ਫਰੀਦ ਜੀ ਦਾ ਜਨਮ ਸੰਨ 1173 ਵਿੱਚ ਮਹਾਨਕੋਸ਼ ਪੰਨਾ 811 ਅਨੁਸਾਰ ਹੋਇਆ ਸੀ ਅਤੇ ਗੁਰੂ ਤੇਗ ਬਹਾਦਰ ਜੀ 11 ਨਵੰਬਰ ਸੰਨ 1675 ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਕਰੀਬ 500 ਸਾਲ ਦੇ ਲੰਮੇ ਸਮੇਂ ਵਿੱਚ ਲਿਖੀ ਗਈ ਸੀ। ਨੰਬਰ 2,
6 ਗੁਰੂ ਸਰੂਪਾਂ ਦੇ ਸਮੇਤ ਇਹ ਤੁਰਕੀ ਬਾਣੀ 35 ਮਹਾਂਪੁਰਖਾਂ ਨੇ ਅੱਡ-ਅੱਡ ਸਮਿਆਂ ਤੇ ਅੱਡ-ਅੱਡ ਮਤਾਂ ਦੇ ਲੋਕਾਂ ਨੂੰ ਸੰਬੋਧਨ ਕਰਕੇ ਉਚਾਰੀ ਹੋਈ ਹੈ। ਇਸ ਇਤਿਹਾਸਕ ਸੱਚਾਈ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਭੱਟ ਮਹਾਂਪੁਰਖਾਂ ਦੀ, ਸੁੰਦਰ ਜੀ ਅਥਵਾ ਸੱਤੇ ਬਲਵੰਡ ਜੀ ਦੀ ਬਾਣੀ ਤੋਂ ਛੁੱਟ ਬਾਕੀ ਸਾਰੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਦੇ ਸਮੇਂ ਆਪ ਆਪਣੇ ਮੁਬਾਰਕ ਕਰ ਕਮਲਾਂ ਨਾਲ ਹੀ ਇਕੱਤਰ ਕੀਤੀ ਸੀ। ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਰਖ ਮੋਹਰ ਲੱਗ ਜਾਣ ਦੇ ਕਾਰਨ ਭਗਤ ਬਾਣੀ ਵੀ ਉਹਨਾਂ ਦੀ ਆਪਣੀ ਬਾਣੀ ਹੀ ਬਣ ਚੁੱਕੀ ਹੈ। ਨੰਬਰ 3, ਸਾਰੀ ਗੁਰਬਾਣੀ ਕਵਿਤਾ ਵਿੱਚ ਹੈ ਅਤੇ ਗੁਰੂ ਬਾਣੀ ਦੀ ਸੰਪਾਦਨਾ ਰਾਗਾਂ ਦੀ ਤਰਤੀਬ ਵਿੱਚ। ਇਨ੍ਹਾਂ ਕਾਰਨਾਂ ਕਰਕੇ ਅੱਡ-ਅੱਡ ਸਿਧਾਂਤ ਨਾਲ ਸੰਬੰਧਿਤ ਗੁਰੂ ਸ਼ਬਦ ਇੱਕੋ ਥਾਂ ਲਿਖਣ ਦੀ ਤਰਤੀਬ ਨਹੀਂ ਸੀ ਬਣ ਸਕਦੀ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਸੰਤ ਸੂਰਮੇ ਮਨੁੱਖ ਦੀ ਸਿਰਜਣਾ ਦਾ ਪ੍ਰੋਗਰਾਮ ਉਲੀਕਿਆ ਸੀ ਅਤੇ ਜਿਸ ਤਰਤੀਬ ਨਾਲ ਅਤੇ ਜਿਸ ਨਿਆਰੇ ਢੰਗ ਦੀ ਸਿਖਲਾਈ ਦੇਣੀ ਸੀ, ਉਸ ਅਨੁਸਾਰ ਸਾਰੇ ਗੁਰਮਤ ਉਪਦੇਸ਼ਾਂ ਨੂੰ ਤਰਤੀਬਵਾਰ ਲਿਖਣਾ ਅਸੰਭਵ ਸੀ। ਫਿਰ ਵੀ ਵੱਡੇ ਕਮਾਲ ਦੀ ਗੱਲ ਇਹ ਹੈ ਕਿ ਸਾਰੀ ਗੁਰੂ ਬਾਣੀ ਦਾ ਸਿਧਾਂਤ ਇਕਸਾਰ ਅਤੇ ਸਦੀਵੀ ਸੱਚਾਈ ਵਾਲਾ ਹੈ। ਅਜਿਹੇ ਉਪਰੋਕਤ ਵਰਣਨ ਭਰਮ ਪੈਦਾ ਹੋ ਜਾਣ ਦਾ ਵੱਡਾ ਕਾਰਨ ਇਹ ਹੈ ਕਿ ਕਈ ਵਾਰੀ ਅਸੀਂ ਕੇਵਲ ਇੱਕ ਅੱਧ ਪੰਕਤੀ ਨੂੰ, ਇੱਕ ਜਾਂ ਅਧੂਰੇ ਗੁਰੂ ਸ਼ਬਦ ਨੂੰ ਹੀ ਅਤੇ ਵੱਡੀ ਛਾਲ ਮਾਰੀਏ ਤਾਂ ਗੁਰਮਤਿ ਦੇ ਸਿਧਾਂਤ ਦੇ ਇੱਕ ਪੱਖ ਨੂੰ ਹੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਕਾ ਸਿਧਾਂਤ ਮੰਨ ਬੈਠਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਬਾਰੇ ਪੂਰਾ ਅਤੇ ਸ਼ੁੱਧ ਗੁਰਮਤਿ ਉਪਦੇਸ਼ ਤਦ ਹੀ ਸਮਝ ਵਿੱਚ ਆ ਸਕਦਾ ਹੈ ਜੇ ਪੂਰੀ ਗੁਰਬਾਣੀ ਦੇ ਅੱਡ-ਅੱਡ ਵਿਚਾਰਾਂ ਨੂੰ ਇੱਕ ਥਾਂ ਕਰਕੇ ਸਮਝਣ ਦੀ ਸੋਝੀ ਆ ਚੁੱਕੀ ਹੋਵੇ। ਸਮੁੱਚੇ ਗੁਰਮਤਿ ਗਿਆਨ ਨੂੰ ਸਮਝ ਲੈਣਾ ਇੱਕ ਇਕੱਲੇ ਮਨੁੱਖ ਲਈ ਬੜੀ ਕਠਿਨ ਸਮੱਸਿਆ ਹੈ। ਸੰਸਾਰ ਵਿੱਚ ਨਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਿਆਰੇ ਸਿਧਾਂਤ ਨੂੰ ਆਮ ਲੋਕਾਂ ਦੀ ਸਮਝ ਗੋਚਰਾ ਕਰਨ ਲਈ ਸਮੁੱਚੇ ਪੰਥ ਵੱਲੋਂ ਬੜੇ ਨਿਆਰੇ ਹੀ ਪ੍ਰਬੰਧ ਕਰਨ ਦੀ ਲੋੜ ਹੈ। ਦਾਸ ਜਿਹੇ ਅਸ਼ੁੱਧ ਮਤੀਏ ਨੂੰ ਸਤਿਗੁਰਾਂ ਦੀ ਨਿਆਰੀ ਮਿਹਰ ਦਾ ਸਦਕਾ ਗੁਰਮਤਿ ਦੇ ਜਿਸ ਗਿਆਨ ਰਤਨ ਕਿਣਕੇ ਦਾ ਪ੍ਰਸ਼ਾਦ ਪ੍ਰਾਪਤ ਹੋਇਆ ਹੈ, ਉਸ ਦੇ ਆਧਾਰ 'ਤੇ ਉਪਰੋਕਤ ਸ਼ੰਕਿਆਂ ਪ੍ਰਤੀ ਕਰਮਵਾਰ ਗੁਰਮਤਿ ਵਿਚਾਰਾਂ ਪਾਠਕਾਂ ਨਾਲ ਸਾਂਝੇ ਕਰਨ ਦਾ ਹੌਸਲਾ ਕਰ ਰਿਹਾ ਹਾਂ। ਇਕਾਗਰਤਾ ਅਤੇ ਸੁਹਿਰਦਤਾ ਦੀ ਲੋੜ ਹੈ। ਸਤਿਗੁਰੂ ਜੀ ਮਿਹਰਾਂ ਕਰਨ ਅਤੇ ਅਸੀਂ ਆਪਣੀ ਜੀਵਨ ਜੁਗਤ ਉਹਨਾਂ ਦੇ ਉਪਦੇਸ਼ ਅਨੁਸਾਰ ਢਾਲਣ ਯੋਗ ਬਣ ਜਾਈਏ। ਭਾਗ ਊੜਾ ਅਤੇ ਐੜਾ। ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਪਾਠਕ ਸੱਜਣ ਪੜ੍ਹ ਚੁੱਕੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਾਹ ਉਹਨਾਂ ਲੋਕਾਂ ਨਾਲ ਪਿਆ ਸੀ ਜਿਨ੍ਹਾਂ ਨੂੰ ਚਾਤੁਰ ਅਤੇ ਵਿਦਵਾਨ ਬ੍ਰਾਹਮਣ ਨੇ ਵਿਦਿਆਹੀਨ ਰੱਖ ਕੇ ਅਨੇਕਤਾ ਦੇ ਪੁਜਾਰੀ ਬਣਾ ਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਕਰਮਕਾਂਡੀ ਭਰਮ ਜਾਲ ਵਿੱਚ ਫਸਾ ਲਿਆ ਹੋਇਆ ਸੀ। ਉਸੇ ਭਰਮ ਜਾਲ ਵਿੱਚ ਫਸਿਆ ਮਨੁੱਖ ਆਪਣੀਆਂ ਸੁੰਦਰ ਮਾਸੂਮ ਬੱਚੀਆਂ ਨੂੰ ਪੱਥਰ ਰੂਪ ਠਾਕਰਾਂ ਨਾਲ ਵਿਆਹ ਕੇ ਪੁਜਾਰੀ ਪੁਰੋਹਿਤਾਂ ਦੀ ਹਵਸ ਦਾ ਸ਼ਿਕਾਰ ਬਣਾਈ ਰੱਖਣ ਵਿੱਚ ਆਪਣੀ ਕਲਿਆਣ ਮੰਨ ਬੈਠਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੱਕ ਮਨੁੱਖ ਪੂਰਨ ਤੌਰ 'ਤੇ ਬੇਅਣਖਾ, ਅਧਰਮੀ, ਆਚਰਣਹੀਣ ਅਤੇ ਪੁਰੋਹਿਤ ਦੀਆਂ ਅਸ਼ਲੀਲ ਵਧੀਕੀਆਂ ਦਾ ਪੂਰੀ ਤਰ੍ਹਾਂ ਸਹਿੰਦੜ ਬਣ ਚੁੱਕਾ ਹੋਇਆ ਸੀ। 4 ਹਿੱਸਿਆਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸੂਦਰ ਵਿੱਚ ਵੰਡਿਆ ਮਨੁੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਕੇ ਵਿਦੇਸ਼ੀਆਂ ਦਾ ਗੁਲਾਮ ਬਣ ਚੁੱਕਾ ਸੀ ਅਤੇ ਫਿਰ ਪੁਰੋਹਿਤਵਾਦੀ ਛੂਤ-ਛਾਤ, ਭਿੱਟ, ਸੂਤਕ ਪਾਤਕ ਅਤੇ ਉਚੇਚੀ ਸੁਚਮ ਰੱਖਣ ਜਿਹੇ ਵਿਅਰਥ ਦੇ ਭਰਮਾਂ ਨੇ ਪਰਸਪਰ ਪਿਆਰ ਦੇ ਥਾਂ ਦੁਖਦਾਈ ਫੁੱਟ ਪੈਦਾ ਕਰ ਦਿੱਤੀ ਹੋਈ ਸੀ। ਪੁਸਤਕ ਦੇ ਚੌਥੇ ਭਾਗ ਵਿੱਚ ਭਰਮ ਭਟਕਣਾ ਦੀ ਗੁਰਮਤਿ ਵਿਚਾਰ ਪਾਠਕ ਪੜ੍ਹ ਆਏ ਹਨ। ਗੁਰੂ ਬਾਣੀ ਦਾ ਫਤਵਾ ਹੈ ਕਿ ਭਰਮ ਗ੍ਰਸਿਆ ਮਨੁੱਖ ਮਨ ਕਰਕੇ ਕਦੇ ਸੁਖੀ ਨਹੀਂ ਰਹਿ ਸਕਦਾ। ਬੇਅੰਤ ਭਰਮਾਂ ਵਿੱਚ ਫਸਿਆ ਭਾਰਤੀ ਮਨੁੱਖ ਦੁਖੀ ਹੋ ਰਿਹਾ ਸੀ। ਕਿਸੇ ਦੂਜੇ ਦੁਖਿਆਰੇ ਦੀ ਸਹਾਇਤਾ ਤਾਂ ਕੀ ਕਰਨੀ ਸੀ, ਆਪਣੀ ਹੀ ਧੀ ਭੈਣ ਦੀ ਲੁੱਟੀ ਜਾਂਦੀ ਪੱਤ ਦਾ ਤਮਾਸ਼ਾ ਵੇਖੀ ਜਾਣ ਤੋਂ ਵੱਧ ਕੁਝ ਵੀ ਕਰਨ ਜੋਗਾ ਨਹੀਂ ਸੀ ਰਿਹਾ ਹੋਇਆ। ਹਰ ਪਾਸੇ ਝੂਠ ਦੀ ਪੂਜਾ ਹੋ ਰਹੀ ਸੀ। ਸੱਚ ਖੰਭ ਲਾ ਕੇ ਉੱਡ ਗਿਆ ਹੋਇਆ ਸੀ। ਆਪਣੇ ਆਪ ਨੂੰ ਉਸ ਸਮੇਂ ਵਿੱਚ ਲੈ ਚਲੀਏ। ਦੇਸ਼ ਦਾ ਰਾਜਾ ਤੰਗ ਦਿਲ, ਕੱਟੜਵਾਦੀ ਅਜਿਹਾ ਮੁਸਲਮਾਨ ਹੈ ਜੋ ਦੂਜਿਆਂ ਸਾਰਿਆਂ ਨੂੰ ਕਾਫਰ ਅਤੇ ਪਸ਼ੂਆਂ ਨਾਲੋਂ ਵੀ ਨੀਵਾਂ ਮੰਨਦਾ ਹੈ। ਧੱਕੇਖੋਰ, ਜ਼ਾਲਮ ਅਤੇ ਰਿਸ਼ਵਤੀ ਮਨੁੱਖ ਨਿਆਂ ਦੀ ਕੁਰਸੀ 'ਤੇ ਬੈਠਾ ਹੈ। ਪ੍ਰਜਾ ਝੂਠ ਦੀ ਪੁਜਾਰੀ ਬਣ ਚੁੱਕੀ ਹੈ। ਧਾਰਮਿਕ ਆਗੂ ਬ੍ਰਾਹਮਣ ਅਤੇ ਮੌਲਵੀ ਲੁਟੇਰਾ ਬਣ ਖਲੋਤਾ ਹੋਇਆ ਹੈ।
ਹਰ ਪਾਸੇ ਆਚਰਣਹੀਣਤਾ ਅਤੇ ਭ੍ਰਮਾਗ੍ਰਸੀ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ। ਇਸ ਹਨੇਰ ਗਰਦੀ ਦੇ ਅਥਾਹ ਧੁੰਦੂਕਾਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਦੀ ਓਟ ਅਤੇ ਅਤਿਅੰਤ ਵਿਖੜਾ ਕਾਰਜ ਆਰੰਭ ਕਰ ਰਹੇ ਹਨ। ਨੰਬਰ 1, ਹਜ਼ਾਰਾਂ ਸਾਲਾਂ ਤੋਂ ਹਰ ਜੀਅ ਦਾ, ਹਰ ਘਰ ਦਾ, ਹਰ ਖਾਨਦਾਨ ਦਾ ਅਥਵਾ ਹਰ ਬਰਾਦਰੀ ਦਾ ਆਪਣਾ ਅੱਡਰਾ ਇਸ਼ਟ ਮੰਨਿਆ ਅਤੇ ਪੂਜਿਆ ਜਾ ਰਿਹਾ ਸੀ। ਅਨੇਕਤਾ ਰੂਪ ਝੂਠ ਦੀ ਪੂਜਾ ਹੀ ਨਰੋਲ ਸੱਚ ਬਣ ਚੁੱਕੀ ਸੀ। ਲੋਕਾਂ ਵਿੱਚ ਇੱਕ ਸੁਰਤਾ ਦੀ ਭਾਵਨਾ ਉਜਾਗਰ ਕਰਨ ਲਈ ਮਨੁੱਖ ਨੂੰ ਅਨੇਕਤਾ ਦੀ ਪੂਜਾ ਤੋਂ ਹਟਾ ਕੇ ਇੱਕ ਅਕਾਲ ਦਾ ਪੁਜਾਰੀ ਬਣਾਉਣਾ ਬੜਾ ਜ਼ਰੂਰੀ ਕਾਰਜ ਸੀ। ਪਰ ਸੱਚ ਨਾਲ ਜੋੜਨ ਵਾਲੀ ਕੋਈ ਵੀ ਗੱਲ ਸੁਣਨੀ ਲੋਕਾਂ ਲਈ ਅਧਰਮ ਬਣ ਚੁੱਕੀ ਸੀ। ਲੁੱਟ ਖਾਣ ਦੀ ਯੋਜਨਾ ਅਧੀਨ ਚਲਾਈ ਬ੍ਰਾਹਮਣ ਦੀ ਕੁਟਲ ਨੀਤੀ ਦੇ ਬੜੇ ਵਿਸ਼ਾਲ ਅਤੇ ਅਸਰਦਾਰ ਪ੍ਰਚਾਰ ਦੇ ਕਾਰਨ ਪਰਮਾਰਥ ਬਾਰੇ ਅਥਵਾ ਧਰਮ ਬਾਰੇ ਕੋਈ ਉਪਦੇਸ਼ ਕਿਸੇ ਗ੍ਰਸਤੀ ਕੋਲੋਂ ਸੁਣ ਲੈਣਾ ਪਾਪ ਸਮਝਿਆ ਜਾਂਦਾ ਸੀ। ਸਧਾਰਨ ਹੈਸੀਅਤ ਵਾਲੇ ਕਿਰਤੀ ਗ੍ਰਸਤੀ ਦੇ ਘਰ ਜਨਮੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪੂਰਨ ਸੱਚ ਕੌਣ ਸੁਣੇ। ਪਰ ਸਦਕੇ ਜਾਈਏ ਸੂਰਮੇ ਸਤਿਗੁਰਾਂ ਦੇ, ਜਿਨ੍ਹਾਂ ਨੇ ਆਪਣਾ ਸਾਥੀ ਵੀ ਉਹ ਚੁਣਿਆ ਜਿਸ ਡੂਮ ਨੂੰ ਲੋਕਾਂ ਨੇ ਭਿੱਟੜ ਆਖ ਕੇ ਆਪਣੀ ਬਸਤੀ ਤੋਂ ਬਾਹਰ ਕੱਢਿਆ ਹੋਇਆ ਸੀ। ਬੜੀ ਤਕੜੀ ਦ੍ਰਿੜਤਾ ਨਾਲ ਸਤਿਗੁਰਾਂ ਨੇ ਮਨੁੱਖ ਨੂੰ ਸੰਤ ਸੂਰਮਾ ਬਣਾਉਣ ਦਾ ਕਠਿਨ ਕੰਮ ਆਰੰਭ ਕਰ ਲਿਆ। ਆਦਮਖੋਰ ਦਰਿੰਦਿਆਂ, ਜ਼ਹਿਰੀਲੇ ਸੱਪਾਂ ਅਤੇ ਖੂਨੀ ਲੁਟੇਰਿਆਂ ਕੋਲੋਂ ਪੈਰ ਪੈਰ 'ਤੇ ਜਾਨਲੇਵਾ ਖਤਰਿਆਂ ਨਾਲ ਭਰੇ ਜੰਗਲਾਂ ਵਾਲੇ ਬਿਖੜੇ ਪਹਾੜੀ ਰਸਤਿਆਂ 'ਤੇ ਜੰਮੂ, ਕਸ਼ਮੀਰ, ਤਿੱਬਤ, ਨਾਨਕਾਈ, ਲੇਹ ਲਦਾਖ, ਬ੍ਰਹਮਾ, ਸਿੰਗਲਾਦੀਪ ਅਤੇ ਅਜੋਕੇ ਪਾਕਿਸਤਾਨ ਵਾਲੇ ਸਾਰੇ ਭਾਰਤ ਦੀ ਹਜ਼ਾਰਾਂ ਮੀਲਾਂ ਦੀ ਪੈਦਲ ਯਾਤਰਾ ਕੀਤੀ। ਅਫਗਾਨਿਸਤਾਨ, ਈਰਾਨ, ਬਗਦਾਦ ਸਮੇਤ ਸਾਰੇ ਅਰਬ ਦੇਸ਼ 35,000 ਮੀਲ ਤੋਂ ਵੱਧ ਪੈਂਡਾ ਕਰਕੇ ਅਨੇਕਤਾ ਦੇ ਪੁਜਾਰੀਆਂ ਕੋਲ ਜਾ ਕੇ ਹੋਕਾ ਦਿੱਤਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ ਰਹਾਉ। ਆਪੇ ਮਾਰੇ ਆਪੇ ਛੋਡੇ, ਆਪੇ ਲੇਵੈ ਦੇ, ਆਪੇ ਵੇਖੇ ਆਪੇ ਵਿਕਸੈ, ਆਪੇ ਨਦਰ ਕਰੇ। ਪੰਨਾ 350। ਜਿਨੀ ਇੱਕੋ ਸੇਵਿਆ ਪੂਰੀ ਮਤ ਭਾਈ, ਆਦ ਜੁਗਾਦ ਨਿਰੰਜਨਾ ਜਨ ਹਰ ਸ਼ਰਣਾਈ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ, ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਪੰਨਾ 420। ਝੂਠ ਦੇ ਪੁਜਾਰੀਆਂ ਵਿੱਚੋਂ 2 ਕਰੋੜ ਬੁੱਤ ਪ੍ਰਸਤਾਂ ਨੂੰ ਇੱਕ ਅਕਾਲ ਪੁਰਖ ਦੀ ਸੋਝੀ ਕਰਾ ਦੇਣੀ ਸਤਿਗੁਰ ਬਾਬਾ ਜੀ ਦੀ ਵੱਡੀ ਕਰਾਮਾਤ ਸੀ। ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ। ਪੰਨਾ 1390। ਹੌਲੀ ਹੌਲੀ ਲੋਕਾਂ ਨੇ ਚਮਤਕਾਰੀ ਸਤਿਗੁਰੂ ਬਾਬਾ ਜੀ ਦੇ ਉਸ ਇੱਕ ਓਂਕਾਰ ਦੀ ਪਛਾਣ ਕਰਨੀ ਆਰੰਭ ਕਰ ਲਈ। ਗੁਰਦੇਵ ਜੀ ਦੀ ਲੰਮੀ ਅਤੇ ਕਠਿਨ ਸਾਧਨਾ ਨੂੰ ਫਲ ਲੱਗਾ। ਸਤ ਕਰਤਾਰ ਦਾ ਬੋਲ ਬਾਲਾ ਹੋਣ ਲੱਗ ਪਿਆ। ਨੰਬਰ 2, ਮਾਇਆ ਵਿਹੜੇ ਸੰਸਾਰ ਸਾਗਰ ਵਿੱਚ ਵਿਕਾਰਾਂ ਦੀਆਂ ਕਾਗਾਂ ਉਛਾਲੇ ਮਾਰਦੀਆਂ ਹੀ ਰਹਿੰਦੀਆਂ ਸਨ। ਇਹਨਾਂ ਵਿਕਾਰਾਂ ਲਹਿਰਾਂ ਤੋਂ ਕੋਈ ਵਿਰਲਾ ਹੀ ਪਾਰ ਲੰਘਦਾ ਹੈ। ਵਿਕਾਰ ਛੱਲਾਂ ਵਿੱਚ ਡੁੱਬਣ ਦੀ ਬੁਰਿਆਈ ਤੋਂ ਉਹੀ ਬਚ ਸਕਦਾ ਹੈ ਜਿਸ ਦੇ ਮਨ ਵਿੱਚ ਇਹ ਯਕੀਨ ਦ੍ਰਿੜ ਹੋ ਜਾਵੇ ਕਿ ਪ੍ਰਮਾਤਮਾ ਸਦਾ ਮੇਰੇ ਅੰਗ ਸੰਗ ਹੈ। ਗੁਪਤੇ ਬੂਝੋ ਜੁਗ ਚਤਿਆਰੇ, ਘਟ ਘਟ ਵਰਤੇ ਉਦਰ ਮਝਾਰੇ। ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾ ਹੈ। ਪੰਨਾ 1026। ਅਰਥ ਹੈ ਭਾਈ, ਉਸ ਨੂੰ ਚੌਹਾਂ ਯੁਗਾਂ ਵਿੱਚ ਜਗਤ ਦੇ ਅੰਦਰ ਗੁਪਤ ਵਿਆਪਕ ਜਾਣੋ। ਉਹ ਹਰੇਕ ਸਰੀਰ ਦੇ ਅੰਦਰ, ਹਰੇਕ ਹਿਰਦੇ ਦੇ ਅੰਦਰ ਵਿਆਪਕ ਹੈ। ਉਹ ਇਕੱਲਾ ਆਪ ਹੀ ਹਰੇਕ ਯੁੱਗ ਵਿੱਚ ਸਾਰੀ ਸ੍ਰਿਸ਼ਟੀ ਦੇ ਅੰਦਰ ਰਮ ਰਿਹਾ ਹੈ। ਇਸ ਭੇਦ ਨੂੰ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਹੈ। ਜਦੋਂ ਮਨੁੱਖ ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਅਥਵਾ ਆਪਣੇ ਏਡਾ ਨੇੜੇ ਅਨੁਭਵ ਕਰਨ ਲੱਗ ਪਏ ਤਾਂ ਫਿਰ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਪੰਨਾ 1139। ਉਸ ਤੋਂ ਅਗਲਾ ਕਦਮ ਸੀ ਲੋਕਾਂ ਨੂੰ ਇਹ ਤਸੱਲੀ ਕਰਾਉਣੀ ਕਿ ਜੀਵਾਂ ਦੇ ਕਰਮਾਂ ਦਾ ਲਿਖਣਹਾਰ ਚਿੱਤਰਗੁਪਤ ਅਥਵਾ ਜੀਵਾਂ ਦੇ ਕਰਮਾਂ ਦੇ ਫੈਸਲੇ ਕਰਕੇ ਸੁਰਗਾਂ ਨੂੰ ਭੇਜਣ ਵਾਲਾ ਜਾਂ ਨਰਕ ਵੱਲ ਨੂੰ ਧੱਕ ਦਿੰਦਾ ਰਹਿਣ ਵਾਲਾ ਧਰਮਰਾਜ ਕੇਵਲ ਬ੍ਰਾਹਮਣੀ ਮਾਇਆ ਜਾਲ ਇੱਕ ਭਰਮ ਹੈ। ਅਸਲੀਅਤ ਇਹ ਹੈ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮਨੁੱਖ ਦੇ ਚੰਗੇ ਜਾਂ ਮਾੜੇ ਕਰਮਾਂ ਦਾ ਅਤੇ ਉਸ ਦੇ ਮਨ ਵਿੱਚ ਆਉਂਦੇ ਚੰਗੇ ਮੰਦੇ ਵਿਚਾਰਾਂ ਦਾ ਸੰਸਕਾਰ ਰੂਪ ਪੂਰਾ ਜੋੜ ਕਰੀ ਜਾ ਕੇ ਸੱਚੇ ਨਿਆਂਕਾਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ,
ਉਹ ਸੱਚੇ ਦਾ ਦਰਬਾਰ ਮਨੁੱਖ ਦੇ ਅੰਦਰੇ ਹੀ ਹੈ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ। ਪੰਨਾ 1092। ਜਦੋਂ ਵੀ ਮਨ ਭਟਕ ਕੇ ਮੰਦ ਵਿਚਾਰਾਂ ਵਿੱਚ ਡੁੱਬਣ ਲੱਗੇ, ਅੰਦਰੋਂ ਹੀ ਚੇਤਾਵਨੀ ਹੋਣ ਲੱਗ ਪਏ, ਖਬਰਦਾਰ, ਤੇਰਾ ਇਹ ਵਿਚਾਰ ਵੀ ਅੰਦਰ ਬੈਠੇ ਸਿਰਜਣਹਾਰ ਨਿਆਂਕਾਰ ਨੇ ਲਿਖ ਲੈਣਾ ਹੈ। ਉਸ ਨੂੰ ਵਿਸਾਰੀ ਬੈਠੇ, ਹੇ ਮੇਰੇ ਖੁੱਟਹਰ ਮਨ, ਹੋਸ਼ ਕਰ। ਇਸ ਤਰ੍ਹਾਂ ਤੂੰ ਮੈਨੂੰ ਜਨਮ ਮਰਨ ਵਾਲੇ ਕੁੰਭੀ ਨਰਕ ਵਿੱਚ ਧੱਕੀ ਰੱਖੇਂਗਾ। ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀਓ, ਧੰਨ ਹੈ ਤੇਰਾ ਆਦ ਸੱਚ। ਕਿਸੇ ਦੇ ਬੁਰੇ ਦੀ ਵਿਚਾਰ ਤੱਕ ਵੀ ਮਨ ਵਿੱਚ ਕਿਵੇਂ ਆਵੇ। ਜਿਉਂ-ਜਿਉਂ ਮਨ ਸਰਬੱਤ ਤੇ ਭਲੇ ਵਾਲੀ ਵਿਚਾਰ ਧਾਰਨ ਕਰਦਾ ਹੈ, ਅੰਦਰ ਠੰਡ ਵਰਤਦੀ। ਧੰਨ ਸਤਿਗੁਰੂ ਨਾਨਕ ਸਾਹਿਬ ਜੀ, ਜਿਸ ਨੇ ਸਾਨੂੰ ਉਸ ਪਰਮ ਠੰਡ ਦੇ ਇੰਨਾ ਨੇੜੇ ਕਰ ਵਿਖਾਇਆ। ਪਰ ਅਜਿਹਾ ਉੱਚਾ ਗੁਣ ਭਰਨ ਵਾਸਤੇ ਨਾਲ ਹੀ ਪਹਿਲਾਂ ਇੱਕ ਬੜੀ ਜ਼ਰੂਰੀ ਲੋੜ ਹੋਰ ਵੀ ਪੂਰੀ ਕਰਨੀ ਸੀ। ਨੰਬਰ 3, ਹਉਮੈ ਅਤੇ ਨਾਮ ਦੋਹਾਂ ਦਾ ਆਪਸੀ ਵਿਰੋਧ ਹੋਣ ਦੇ ਕਾਰਨ ਇਹ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਏ। ਪੰਨਾ 560। ਪ੍ਰਭੂ ਕੰਤ ਨਾਲ ਸਮਾਈ ਕੇਵਲ ਤਦ ਹੀ ਹੋ ਸਕਦੀ ਸੀ ਜਦੋਂ ਹਉਮੈ ਜਾਈ ਤਾਂ ਕੰਤ ਸਮਾਈ। ਪੰਨਾ 750। ਫਿਰ ਇਹ ਫਰਮਾਨ ਵੀ ਹੋਇਆ ਕਿ ਜਿਹੜਾ ਹਉਮੈ ਨੂੰ ਮਾਰ ਲਵੇ ਉਹ ਰੱਬ ਵਰਗਾ ਹੀ ਬਣ ਜਾਂਦਾ ਹੈ। ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ। ਪੰਨਾ 1015। ਸਾਰੇ ਆਤਮਿਕ ਰੋਗਾਂ ਦਾ ਦਾਰੂ ਲੈ ਕੇ ਆਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਫਰਮਾਨ ਵੀ ਕੀਤਾ ਕਿ ਪਰਮਾਤਮਾ ਦਾ ਨਿਰਮਲ ਭੈ ਵੀ ਹਉਮੈ ਰੋਗ ਦਾ ਕਾਰੀ ਦਾਰੂ ਹੈ। ਸਭ ਭੈ ਰਾਤਾ ਗਰਭ ਨਿਵਾਰੇ। ਪੰਨਾ 943। ਹਉਮੈ ਮਾਰਨ ਲਈ ਨਿਮਰਤਾ ਅਤੇ ਮਨ ਵਿੱਚ ਗਰੀਬੀ ਭਾਵ ਦਾ ਆਉਣਾ ਬੜਾ ਜ਼ਰੂਰੀ ਹੈ। ਇਸ ਲਈ ਨੰਬਰ 4, ਮਨੁੱਖ ਨੂੰ ਸਰਬ ਵਿਆਪਕਤਾ ਦਾ ਅਨੁਭਵ ਕਰਾ ਕੇ ਉਸ ਵਿੱਚ ਨਿਮਰਤਾ ਅਤੇ ਗਰੀਬੀ ਭਾਵ ਦਾ ਗੁਣ ਭਰਨਾ ਆਰੰਭ ਹੋਇਆ। ਸੋ ਹਮ ਨਹੀਂ ਚੰਗੇ ਅਤੇ ਨਾਨਕ ਨੀਚ ਕਹੈ ਅਵਰ ਭਲਾ ਸੰਸਾਰ। ਨੋਟ, ਇਸ ਉਪਦੇਸ਼ ਪ੍ਰਥਾਏ ਉਪਰੋਕਤ ਪਹਿਲੇ ਦੋ, ਨੰਬਰ 1 ਗਰੀਬੀ ਅਥਵਾ ਨਿਮਰਤਾ, ਨੰਬਰ 2 ਹੋ ਸਭਨਾ ਕੀ ਰੇਣੂਕਾ, ਲੇਖਾਂ ਵਿੱਚ ਪੜ੍ਹ ਆਏ ਹਾਂ। ਨੰਬਰ 5, ਸਰਬੱਤ ਨਾਲ ਇੱਕਸਾਰ ਪ੍ਰੇਮ ਕਰਨਾ, ਸੱਜਣ ਅਤੇ ਵੈਰੀ ਲਈ ਹਿਰਦੇ ਵਿੱਚ ਸਾਵੀਂ ਹਮਦਰਦੀ ਹੋਣੀ, ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣਾ, ਚੁਗਲੀ ਨਿੰਦਿਆ ਤੋਂ ਅਣਜਾਣ ਰਹਿਣਾ, ਨਿਰਭਉ ਅਤੇ ਨਿਰਵੈਰ ਹੋਣਾ ਸੰਤ ਸੂਰਮੇ ਦੇ ਗੁਣਾਂ ਦਾ ਜ਼ਰੂਰੀ ਹਿੱਸਾ ਹਨ। ਰੋਗ ਦਾਰੂ ਦੋਵੇਂ ਬੁੱਝਣ ਵਾਲੇ ਸੁਜਾਨ ਵੈਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਹੀ ਨਿਰਭਉ ਅਤੇ ਨਿਰਵੈਰ ਸ਼ਬਦ ਪਾ ਦਿੱਤੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਪੰਨਾ 10। ਨਿਰਭਉ ਜਪੈ ਸਗਲ ਭਉ ਮਿਟੈ। ਪੰਨਾ 293। ਫਿਰ ਸਤਿਗੁਰਾਂ ਇਹ ਵੀ ਫਰਮਾ ਦਿੱਤਾ ਕਿ ਜਿਸ ਨੇ ਹਰ ਤਰ੍ਹਾਂ ਦਾ ਭੈ ਨਾਸ਼ ਕਰਨ ਵਾਲੇ ਪਰਮਾਤਮਾ ਨੂੰ ਮਨ ਵਿੱਚ ਨਹੀਂ ਵਸਾਇਆ, ਉਸ ਦੇ ਕਈ ਜਨਮ ਡਰਦਿਆਂ ਹੀ ਲੰਘ ਜਾਂਦੇ ਹਨ। ਭੈ ਭੰਜਨ ਪ੍ਰਭ ਮਨ ਨ ਬਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾ। ਪੰਨਾ 197। ਅਤੇ ਫਿਰ ਆਪ ਨਾ ਡਰੂ ਨਾ ਅਵਰ ਡਰਾਓ। ਪੰਨਾ 327। ਕਿਉਂਕਿ ਸ਼ੰਕਿਆਂ ਵਿੱਚ ਸ੍ਰੀ ਦਸਮ ਗ੍ਰੰਥ ਦੀ ਗੱਲ ਵੀ ਨਾਲ ਹੀ ਚੱਲ ਰਹੀ ਹੈ, ਇਸ ਲਈ ਪਾਠਕਾਂ ਦਾ ਧਿਆਨ ਇਸ ਪਾਸੇ ਵੀ ਦਿਵਾਉਣਾ ਪੈ ਰਿਹਾ ਹੈ ਕਿ ਰਹਿਰਾਸ ਦੇ ਨਿਤਨੇਮ ਸਮੇਂ ਅਤੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀ ਜਾਣ ਵਾਲੀ ਬੇਨਤੀ ਚੌਪਈ ਬਾਣੀ ਵਿੱਚ ਆਪ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸਨ ਵਰੀਏ ਪੰਕਤੀ ਤੋਂ ਤਾਂ ਮੌਤ ਦੇ ਸਮੇਂ ਦੇ ਤਰਾਸ ਤੋਂ ਕਾਂਬਾ ਛੜਿਆ ਨਜ਼ਰ ਆ ਰਿਹਾ। ਪਰ ਇੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਉਂ ਫਰਮਾਨ ਕਰ ਰਹੇ ਹਨ, ਜਿਹ ਮਰਨੇ ਸਭ ਜਗਤ ਧਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਰਹਾ। ਪੰਨਾ 327। ਸਦੀਵੀ ਆਤਮਿਕ ਸੁੱਖ ਮਾਣਦੇ ਰਹਿਣ ਲਈ ਗੁਰਮਤਿ ਦਾ ਇੱਕ ਬੜਾ ਜ਼ਰੂਰੀ ਸਿਧਾਂਤ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪੰਨਾ 386। ਹਿਰਦੇ ਨੂੰ ਕਿਸੇ ਪ੍ਰਕਾਰ ਦੇ ਈਰਖਾ, ਦੁਸ਼ਮਣੀ ਭਾਵਨਾ, ਨਿੰਦਿਆ ਰੋਗ ਆਦਿ ਸਾੜੇ ਤੋਂ ਸਾਫ਼ ਰੱਖਣ ਲਈ ਨਿਰਵੈਰਤਾ ਗੁਣ ਦਾ ਹੋਣਾ ਵੀ ਸਤਿਗੁਰਾਂ ਨੇ ਜ਼ਰੂਰੀ ਜਾਤਾ। ਅਤੇ ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਾਲਮਲ, ਨਾਨਕ ਨਾਮ ਧਿਆਏ ਧਿਆਈ ਜੀਵੈ, ਬਿਨਸਿਆ ਭ੍ਰਮ ਭਉ ਢੀਠਾ ਜੀਓ। ਪੰਨਾ 108 ਅਤੇ 9। ਫਿਰ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਏ। ਪੰਨਾ 1299। ਅਖੀਰ ਤੱਕ ਇਸੇ ਆਧਾਰ 'ਤੇ ਸਿਖਲਾਈ ਦਿੱਤੀ ਜਾ ਰਹੀ ਸੀ।
ਅੰਤ ਵਿੱਚ ਨੌਵੇਂ ਪਾਤਸ਼ਾਹ ਜੀ ਦਾ ਫਰਮਾਨ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੀ ਬਖਾਨ। ਪੰਨਾ 1426। ਨਾ ਕਦੇ ਕਿਸੇ ਨੂੰ ਅਜਾਈਂ ਭੈ ਭੀਤ ਕਰਨਾ ਅਤੇ ਨਾ ਹੀ ਅਕਾਲ ਪੁਰਖ ਦੇ ਨਿਰਮਲ ਭਉ ਤੋਂ ਬਿਨਾਂ ਕਿਸੇ ਦੂਜੇ ਦਾ ਕਦੀ ਕੋਈ ਭੈ ਮੰਨਣਾ ਪ੍ਰਭੂ ਨਾਲ ਜੁੜੇ ਮਨੁੱਖ ਦੀ ਨਿਸ਼ਾਨੀ ਹੈ। ਅਜਿਹੇ ਸਪਸ਼ਟ ਸ਼ਬਦਾਂ ਵਿੱਚ ਅਜਿਹਾ ਉਪਦੇਸ਼ ਦਸਮ ਗ੍ਰੰਥ ਦੇ ਬਚਿੱਤਰ ਨਾਟਕ ਅਥਵਾ ਦੇਵੀ ਆਦਿ ਮਿਥਿਹਾਸਕ ਭਗਵਾਨਾਂ ਦੇ ਚਰਿੱਤਰਾਂ ਵਿੱਚੋਂ ਕਿਸੇ ਥਾਂ ਨਸੀਬ ਨਹੀਂ ਹੁੰਦਾ। ਨੰਬਰ 6। ਸੂਰਮੇ ਲਈ ਜਿੱਥੇ ਹੋਰ ਮਾਨਸਿਕ ਸ਼ੁਭ ਗੁਣਾਂ ਦੀ ਲੋੜ ਸੀ, ਉੱਥੇ ਸਰੀਰ ਦਾ ਰਿਸ਼ਟ ਪੁਸ਼ਟ ਹੋਣਾ ਵੀ ਜ਼ਰੂਰੀ ਸੀ। ਸਤਿਗੁਰਾਂ ਨੇ ਜਪਾਂ ਤਪਾਂ ਦੁਆਰਾ ਸਰੀਰ ਨੂੰ ਗਾਲ ਲੈਣ ਦੀ ਗੱਲ ਜਰਾ ਵੀ ਪਸੰਦ ਨਾ ਕੀਤੀ, ਸਗੋਂ ਆਪਣੇ ਸੰਤ ਸੂਰਮੇ ਲਈ ਇਉਂ ਫਰਮਾਨ ਹੋਇਆ, ਘਟ ਵਸੇ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਪੰਨਾ 554। ਹੇ ਪ੍ਰਮਾਤਮਾ ਦੀ ਯਾਦ ਨਾਲ ਜੁੜ ਕੇ ਸੰਤ ਸੂਰਮੇ ਬਣ ਰਹੇ ਮੇਰੇ ਖਾਲਸਾ ਜੀ, ਆਪਣੀ ਅਰੋਗਤਾ ਦਾ ਵੀ ਪੂਰਾ ਧਿਆਨ ਰੱਖਣਾ ਹੈ। ਜਿਸ ਦੇਹੀ ਨੇ ਤੈਨੂੰ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਸੰਸਾਰ 'ਤੇ ਨੇਕੀ ਫੈਲਾਉਣ ਦਾ ਅਵਸਰ ਦਿੱਤਾ ਹੈ, ਉਸ ਸਰੀਰ ਦੀ ਪਾਲਣਾ ਕਰਦਿਆਂ ਇਸ ਨੂੰ ਸਦਾ ਰਿਸ਼ਟ ਪੁਸ਼ਟ ਰੱਖਣਾ ਹੈ ਅਤੇ ਇਸ ਸਰੀਰ ਅਰੋਗ ਨਾਲ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪੰਨਾ 1245। ਹੱਕ ਹਲਾਲ ਦੀ ਕਮਾਈ ਵਿੱਚੋਂ ਲੋੜਵੰਦਾਂ ਨਾਲ ਵੰਡ ਛਕਣਾ ਹੈ। ਜੇ ਕੱਲ੍ਹ ਦਾ ਵੈਰੀ ਵੀ ਸਵਾਲੀ ਆ ਹੋਇਆ, ਉਸ ਦੀ ਲੋੜ ਪੂਰੀ ਕਰਦਿਆਂ ਵੀ ਜਰਾ ਨਹੀਂ ਝਕਣਾ। ਇਹ ਜ਼ਿੰਦਗੀ ਦਾ ਸਹੀ ਗੁਰਮਤਿ ਰਸਤਾ। ਅਜਿਹੀ ਉੱਤਮ ਸਿੱਖਿਆ ਦਸਮ ਗ੍ਰੰਥ ਵਿੱਚੋਂ ਕਿਸੇ ਥਾਂ ਨਹੀਂ ਮਿਲਦੀ। ਕਿ ਕਿਤੇ ਇਹੀ ਕਾਰਨ ਤਾਂ ਨਹੀਂ ਸੀ ਜਦੋਂ ਸਮਰੱਥ ਦਸ਼ਮੇਸ਼ ਜੀ ਨੇ ਉਸ ਬਾਣੀ ਵਿੱਚੋਂ ਇੱਕ ਪੰਕਤੀ ਵੀ ਗੁਰਿਆਈ ਦੇ ਕਾਬਲ ਨਹੀਂ ਸੀ ਸਮਝੀ। ਨੰਬਰ 7। ਡਰਪੋਕ ਅਥਵਾ ਬੁਜ਼ਦਿਲ ਮਨੁੱਖ ਕਦੇ ਕਿਸੇ ਨੂੰ ਖਿਮਾ ਨਹੀਂ ਕਰ ਸਕਦਾ। ਕਿਸੇ ਦੇ ਗੁਨਾਹ ਬਖਸ਼ ਦੇਣੇ ਸੂਰਮਤਾਈ ਦਾ ਪ੍ਰਧਾਨ ਗੁਣ ਹੈ। ਸੱਚ ਇਹ ਹੈ ਕਿ ਸ਼ਰਮਿੰਦਾ ਹੋਣਾ ਪਰਮਾਤਮਾ ਦਾ ਗੁਣ ਹੈ। ਗੁਣ ਕਹਿ ਕੇ ਗੁਣੀ ਵਿੱਚ ਸਮਾ ਚੁੱਕਿਆ ਮਨੁੱਖ ਖਿਮਾ ਦਾ ਪੁਤਲਾ ਕਿਵੇਂ ਨਾ ਹੋਵੇ। ਤਦੇ ਤਾਂ ਗੁਰਬਾਣੀ ਦਾ ਇਹ ਫਰਮਾਨ ਹੈ, ਜੈ ਖਿਮਾ ਤਹਿ ਆਪ। ਸੰਤ ਸੂਰਮੇ ਲਈ ਖਿਮਾ ਅਤੇ ਹਮਦਰਦੀ ਜਿਹੇ ਸ਼ੁਭ ਗੁਣਾਂ ਦਾ ਭੰਡਾਰ ਹੋਣਾ ਵੀ ਜ਼ਰੂਰੀ ਹੈ। ਨਾਮ ਸਿਮਰਨ ਦੇ ਬੇਅੰਤ ਸ਼ਬਦਾਂ ਦੇ ਨਾਲ ਸੰਤ ਅਤੇ ਸੂਰਮੇ ਵਿੱਚ ਜਿਨ੍ਹਾਂ ਨਿਆਰੇ ਗੁਣਾਂ ਦੀ ਲੋੜ ਸੀ, ਉਹ ਹਰ ਇੱਕ ਸ਼ੁਭ ਗੁਣ ਭਰ ਦੇਣ ਲਈ ਗੁਰਬਾਣੀ ਵਿੱਚ ਕਈ ਸ਼ਬਦ ਰਚੇ ਗਏ। ਸਭਨਾ, ਸਰਬੱਤ, ਸਗਲ ਆਦਿ ਸ਼ਬਦਾਂ ਦੀ ਵਰਤੋਂ ਵੀ ਮਨੁੱਖ ਦੇ ਹਿਰਦੇ ਨੂੰ ਨਿਸ਼ਕਪਟ ਬਣਾ ਕੇ ਉਸ ਨੂੰ ਆਤਮਿਕ ਸੁੱਖ ਪਹੁੰਚਾਉਣ ਲਈ ਬੜਾ ਕਾਲੀ ਦਾਰੂ ਸੀ ਹੈ। ਅਜਿਹੇ ਸਾਰੇ ਗੁਣ ਮਨੁੱਖ ਨੂੰ ਵੀ ਪ੍ਰਭੂ ਵਾਂਗ ਹੀ ਸਾਰੀ ਸਿਰਜਣਾ ਦਾ ਅੰਗ ਬਣੇ ਰਹਿਣ ਲਈ ਉਤਸ਼ਾਹਤ ਕਰਨ ਦੇ ਪ੍ਰਤੀਕ ਹਨ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਪੰਨਾ 1375। ਤੂੰ ਵਿੱਚ ਸਮਾਉਣ ਲਈ ਮੈਂ ਹੂੰ ਦਾ ਖਾਤਮਾ ਹੋਣਾ ਬੜਾ ਜ਼ਰੂਰੀ ਹੈ। ਸਰਬੱਤ ਦੇ ਭਲੇ ਵਾਲੀ, ਸਰਬੱਤ ਦੇ ਸੱਚੇ ਸੇਵਾਦਾਰ ਬਣੇ ਰਹਿਣ ਵਾਲੀ ਅਥਵਾ ਸਭਨਾ ਕੀ ਰੇਣੂਕਾ ਬਣੇ ਰਹਿਣ ਵਾਲੀ ਗਰੀਬੀ ਭਾਵਨਾ, ਸਰਬੱਤ ਨੂੰ ਮਿੱਤਰ ਸਮਝਣਾ ਸੰਤ ਸੂਰਮੇ ਮਨੁੱਖ ਦੇ ਹਿਰਦੇ ਦਾ ਸਦੀਵੀ ਸ਼ਿੰਗਾਰ ਹੈ। ਇਸ ਤਰ੍ਹਾਂ ਬਹੁਪੱਖੀ ਸਿਖਲਾਈ ਦੁਆਰਾ ਗੁਰਮਤਿ ਦੀ ਸੱਚੀ ਟਕਸਾਲ ਵਿੱਚ ਸੰਤ ਸੂਰਮੇ ਮਨੁੱਖ ਦੀ ਘਾਟ ਘੜੀ ਜਾਂਦੀ ਰਹੀ। ਗੁਰਮਤਿ ਦੇ ਇੱਕ ਪੱਖ ਨੂੰ ਅੱਡ ਥਾਂ 'ਤੇ ਸਮੁੱਚੀ ਗੁਰਬਾਣੀ ਦਾ ਸਿਧਾਂਤ ਮੰਨ ਬਹਿਣਾ ਹੂੜ ਮਤ ਹੈ। ਆਓ ਵਿਚਾਰ ਨੂੰ ਅੱਗੇ ਤੋਰੀਏ। ਨੰਬਰ 8। ਜਦ ਅਜਿਹਾ ਯਕੀਨ ਦ੍ਰਿੜ ਹੋ ਗਿਆ ਤਾਂ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਗੁਰਸਿੱਖ ਨੂੰ ਅਜਿਹੀ ਅੱਖ ਮਿਲ ਗਈ ਜਿਸ ਨਾਲ ਉਹ ਹਰ ਥਾਂ ਪ੍ਰਭੂ ਦੇ ਹੀ ਦਰਸ਼ਨ ਕਰਨ ਦਾ ਆਨੰਦ ਮਾਣਦਾ। ਹਿਰਦੇ ਵਿੱਚ ਅਜਿਹੀ ਗਰੀਬੀ ਆ ਗਈ ਹੈ ਕਿ ਮਨ ਸਭਨਾਂ ਦੀ ਚਰਨ ਧੂੜ ਬਣ ਜਾਣ ਨਾਲ ਪ੍ਰਭੂ ਨਾਲ ਏਕਮਿਕ ਹੋ ਰਿਹਾ ਹੈ। ਤਾਂ ਘਾੜਤ ਦਾ ਦੂਜਾ ਹਿੱਸਾ ਆਰੰਭ ਹੋਇਆ। ਫਰਮਾਨ ਹੋਇਆ ਕਿ ਹੇ ਭਾਈ, ਮੇਰੇ ਵਿਦਿਆਲੇ ਵਿੱਚ ਦਾਖਲ ਹੋਏ ਸਿੱਖ ਪੁੱਤਰੋ, ਯਾਦ ਰੱਖਿਓ ਕਿ ਇਹ ਸਾਰੇ ਗੁਣ ਤੁਹਾਡੀ ਆਤਮਿਕ ਠੰਡ ਲਈ, ਤੁਹਾਡੀ ਆਤਮਿਕ ਬਲਵਾਨਤਾ ਲਈ ਅਤੇ ਪ੍ਰਭੂ ਨਾਲ ਤੁਹਾਡੀ ਨੇੜਤਾ ਬਣਾਈ ਰੱਖਣ ਲਈ ਬੜੇ ਜ਼ਰੂਰੀ ਹਨ। ਕਿਸੇ ਵੀ ਸਥਿਤੀ ਵਿੱਚ ਇਹਨਾਂ ਗੁਣਾਂ ਨੂੰ ਹੱਥੋਂ ਜਾਣ ਨਹੀਂ ਦੇਣਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਪੰਨਾ 719। ਨੰਬਰ 9। ਪਰ ਜਦੋਂ ਕਿਸੇ ਦੂਜੇ ਨਾਲ ਵਾਹ ਪੈਂਦਾ ਹੈ ਤਾਂ ਬਹੁਪੱਖੀ ਸਿੱਖਿਆ ਵਾਲੀ ਗੁਰਮਤਿ ਦੇ ਇਸ ਪੱਖ ਨੂੰ ਵੀ ਗੁਰੂ ਖਾਲਸੇ ਨੇ ਧਿਆਨ ਵਿੱਚ ਰੱਖਣਾ ਹੈ। ਜਨ ਕੋ ਪ੍ਰੀਤ ਲੱਗੀ ਗੁਰ ਸੇਤੀ,
ਜਿਉ ਚੱਕਵੀ ਦੇਖ ਸੋ ਰੀਜੈ, ਨਿਰਖਤ ਨਿਰਖਤ ਰੈਨ ਸਭ ਨਿਰਖੀ, ਮੁਖ ਕਾਢੈ ਅੰਮ੍ਰਿਤ ਪੀਜੈ। ਪਰ ਨਾਲ ਹੀ ਸਾਕਤ ਸਵਾਨ ਕਈਆਂ ਬਹੁ ਲੋਭੀ, ਬਹੁ ਦੁਰਮਤ ਮੈਲ ਭਰੀਜੈ। ਆਪਣ ਸਵਾਏ ਕਰੇ ਬਹੁ ਬਾਤਾਂ, ਤਿਨ ਕਾ ਵਿਸਾਹ ਕਿਆ ਕੀਜੈ। ਪੰਨਾ 1326। ਕਿਸੇ ਆਪ ਹੁਦਰੇ ਸਾਕਤ ਦੀਆਂ ਗੱਲਾਂ ਵਿੱਚ ਆ ਕੇ ਕਦੇ ਕਿਸੇ ਭਰਮ ਵਿੱਚ ਨਹੀਂ ਪੈਣਾ। ਅਵਲ ਤਾਂ ਕਿਸੇ ਭੈੜੇ ਦੀ ਸੰਗਤ ਵਿੱਚ ਪੈਣਾ ਹੀ ਕਿਉਂ ਹੈ। ਸਗੋਂ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਪੰਨਾ 1371। ਰੱਬ ਤੋਂ ਟੁੱਟੇ ਵਿਕਾਰੀ ਮਨੁੱਖ ਦੀ ਸੰਗਤ ਤੋਂ ਸਦਾ ਬਚੇ ਰਹਿਣ ਲਈ ਕਰੜੇ ਸ਼ਬਦ ਵਰਤਦਿਆਂ ਫਰਮਾਨ ਕੀਤਾ ਹੈ ਕਿ ਸਾਕਤ ਤੋਂ ਤਾਂ ਦੂਰੋਂ ਹੀ ਦੌੜ ਕੇ ਲੰਘ ਜਾਣਾ ਚਾਹੀਦਾ ਹੈ। ਉਦਾਹਰਨ ਨਾਲ ਸਮਝਾਇਆ ਹੈ ਕਿ ਸਿਆਹੀ ਨਾਲ ਲਿਬੜੇ ਕਾਲੇ ਬਰਤਨ ਨੂੰ ਭਾਵੇਂ ਜਿੰਨਾ ਮਰਜ਼ੀ ਹੈ ਬਚਾ ਕੇ ਫੜੀਏ, ਕੁਝ ਨਾ ਕੁਝ ਕਾਲਖ ਜ਼ਰੂਰ ਲੱਗ ਜਾਂਦੀ ਹੈ। ਕੁਸੰਗਤ ਤੋਂ ਬਚੇ ਰਹਿਣ ਲਈ ਸਤਿਗੁਰਾਂ ਦਾ ਇਹ ਫਰਮਾਨ, ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ। ਪੰਨਾ 1375। ਅਤੇ ਜੇ ਕਦੇ ਮੰਦ ਵਿਚਾਰਾਂ ਵਾਲੇ ਕਿਸੇ ਮਨੁੱਖ ਦੀਆਂ ਗੱਲਾਂ ਸੁਣਨੀਆਂ ਪੈ ਹੀ ਗਈਆਂ ਹਨ ਤਾਂ ਇਉਂ ਸਮਝੋ ਕਿ ਐਵੇਂ ਹਵਾ ਦਾ ਬੋਲਾ ਆਇਆ ਸੀ ਜੋ ਲੰਘ ਗਿਆ। ਸੋਗ ਨਾ ਵਿਆਪੈ ਆਪ ਨਾ ਥਾਪੈ, ਸਾਧ ਸੰਗਤ ਬੁੱਧ ਪਾਈ, ਸਾਕਤ ਕਾ ਬਕਣਾ ਇਉਂ ਜਾਨੋ, ਜੈਸੇ ਪਵਨ ਚੁਲਾਈ। ਪੰਨਾ 609। ਪਰ ਯਾਦ ਰੱਖੋ ਕਿ ਆਪਣੇ ਹਿਰਦੇ ਦੀ ਸ਼ਵਸਥਾ ਉਵੇਂ ਹੀ ਅਡੋਲ ਬਣਾਈ ਰੱਖਣੀ ਹੈ। ਹਿਰਦੇ ਵਿੱਚ ਤਰਸ ਮਿਹਰ ਅਤੇ ਭਲੇ ਦੀ ਲੋਚਨਾ ਭੈੜੇ ਤੋਂ ਭੈੜੇ ਵਿਕਾਰੀ ਲਈ ਵੀ ਸਦਾ ਬਣਾਈ ਰੱਖਣੀ। ਪਤਾ ਨਹੀਂ ਕਿੰਨਾ ਹਾਲਤਾਂ ਨੇ ਕਿਸੇ ਨੂੰ ਮੰਦੇ ਪਾਸੇ ਧੱਕ ਖੜਿਆ। ਸੱਜਣ ਠੱਗ, ਬੰਦੇ ਖਾਣਾ ਕੌਡਾ ਅਤੇ ਭਾਈ ਲਾਲੋ ਜੀ ਸਤਿਗੁਰਾਂ ਨੇ ਇੱਕੋ ਕਤਾਰ ਵਿੱਚ ਲੈ ਆਂਦੇ, ਪਰ ਮਾਇਆ ਦੇ ਹੰਕਾਰੀ ਮਲਕ ਭਾਗੋ ਦੇ ਸੰਗੀ ਸਾਥੀ ਗੁਰਦੇਵ ਜੀ ਨਾ ਬਣ ਸਕੇ। ਪਰ ਮਨ ਕਰਕੇ ਸਰਬੱਤ ਦੇ ਚਰਨਾਂ ਦੀ ਧੂੜ ਬਣੇ ਰਹਿਣ ਵਾਲੀ ਨਿਮਰਤਾ ਹੀ ਸੱਚੀ ਗੁਰਮੁਖਤਾਈ ਹੈ। ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਪੰਨਾ 15। ਮਾਇਆ ਦੇ ਹੰਕਾਰੀ ਹੋਏ ਵੱਡਿਆਂ ਦੀ ਰੀਸ ਦੀ ਹੀ, ਭਾਵ ਉਹਨਾਂ ਵਰਗੇ ਹੰਕਾਰੀ ਨਾ ਬਣ ਜਾਣ ਦੀ ਹੀ ਸਤਿਗੁਰਾਂ ਨੇ ਗੱਲ ਕੀਤੀ ਹੈ। ਉਹਨਾਂ ਦਾ ਬੁਰਾ ਨਹੀਂ ਮੰਗਿਆ। ਡਾਕੂਆਂ, ਕਾਤਲਾਂ, ਠੱਗਾਂ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਹੈ। ਗੰਦੀ ਜਿਲਣ ਵਿੱਚੋਂ ਸਾਰੇ ਹੀ ਨਿਕਲ ਆਉਣ ਤਾਂ ਜੋ ਉਹਨਾਂ ਤੋਂ ਦੁਖੀ ਹੋਣ ਵਾਲੇ ਚੈਨ ਦੀ ਜ਼ਿੰਦਗੀ ਬਤੀਤ ਕਰ ਸਕਣ। ਮੰਦ ਕਰਮੀ ਮਨੁੱਖ ਆਪ ਵੀ ਪਾਪਾਂ ਦੀ ਅੱਗ ਵਿੱਚ ਸੜਦੇ ਰਹਿਣ ਤੋਂ ਬਚ ਕੇ ਮਨ ਕਰਕੇ ਸੁਖੀ ਹੋ ਜਾਣ। ਗੁਰੂ ਨਾਨਕ ਦੇ ਸੰਤ ਸੂਰਮੇ ਦੇ ਇਹੀ ਗੁਣ ਉਸ ਨੂੰ ਲਾਹੌਰ ਦੇ ਤਖਤ 'ਤੇ ਲੈ ਪੁੱਜੇ ਸਨ। ਇਹਨਾਂ ਉਪਰੋਕਤ ਗੁਰੂ ਫਰਮਾਨਾਂ ਤੋਂ ਸਭਨਾ, ਸਗਲ ਅਥਵਾ ਸਰਬੱਤ ਵਾਲੇ ਅਰਥਾਂ ਦੀ ਖੰਡਣਾ ਮਿਥ ਲੈਣੀ ਵੱਡੀ ਅਗਿਆਨਤਾ ਹੈ। ਸੰਤ ਸੂਰਮਾ ਬਣਾਉਣ ਦੀ ਸਿਖਰ 'ਤੇ ਪੁੱਜਣ ਵਾਲੀ ਗੁਰਮਤਿ ਪੌੜੀ ਦੇ ਇਹ ਅਲੱਗ-ਅਲੱਗ ਡੰਡੇ ਹਨ। ਸੰਤ ਦਾ ਮਨ ਸਦੀਵੀ ਤੌਰ 'ਤੇ ਨਿਰਮਲ ਰਹਿਣਾ ਚਾਹੀਦਾ ਹੈ, ਪਰ ਜਦ ਸਮਾਜ ਵਿੱਚ ਵਿਚਰਦਿਆਂ ਉਹਨਾਂ ਮਨੁੱਖਾਂ ਨਾਲ ਵਾਹ ਪੈਂਦਾ ਹੈ ਜਿਹੜੇ ਇਸ ਅਨੁਭਵ ਤੋਂ ਕੋਰੇ ਹੁੰਦੇ ਹਨ ਕਿ ਪ੍ਰਮਾਤਮਾ ਉਹਨਾਂ ਦੇ ਅੰਦਰੇ ਬੈਠਾ ਉਹਨਾਂ ਦੀਆਂ ਸਾਰੀਆਂ ਚੰਗੀਆਂ ਮੰਦੀਆਂ ਕਰਤੂਤਾਂ ਵੇਖ ਰਿਹਾ ਹੈ, ਤਾਂ ਸਤਿਗੁਰਾਂ ਦੇ ਇਸ ਫਰਮਾਨ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਪੰਨਾ 695 ਤੋਂ ਸੁਚੇਤ ਸੰਤ ਸੂਰਮੇ ਨੇ ਨਿਰਣਾ ਕਰਨਾ ਹੈ ਕਿ ਕੀ ਕਿਤੇ ਮੂਰਖ ਗੰਢ ਪਵੇ ਮੂੰਹ ਮਾਰ ਵਾਲੀ ਸਥਿਤੀ ਤਾਂ ਨਹੀਂ ਬਣ ਖਲੋਤੀ ਹੋਈ। ਕਿਸੇ ਤੋਂ ਵਿਅਰਥ ਦਾ ਭੈ ਨਾ ਮੰਨਣ ਦਾ ਗੁਰੂ ਉਪਦੇਸ਼ ਅਜਿਹੇ ਮਨੁੱਖ ਦੇ ਵਿਰੁੱਧ ਸ਼ਸਤਰ ਹੋ ਕੇ ਡਟ ਖਲੋਣ ਦਾ ਉਤਸ਼ਾਹ ਦੇ ਰਿਹਾ ਹੈ। ਜਿਹੜਾ ਹੰਕਾਰ ਵਿੱਚ ਅੰਨਾ ਹੋਇਆ ਸੁਲ੍ਹਾ ਸਫਾਈ ਦੇ ਸਾਰੇ ਰਸਤੇ ਬੰਦ ਕਰਕੇ ਜਾਨ ਮਾਲ ਦਾ ਵੈਰੀ ਬਣ ਕੇ ਗਲ ਪਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਜਿਹਾ ਫਰਮਾਨ ਵੀ ਹੈ, ਜਿਸ ਅਨੁਸਾਰ ਸੰਤ ਸੂਰਮੇ ਨੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਹੋਇਆਂ ਪੁਰਜਾ ਕੱਟ ਕੇ ਸ਼ਹੀਦ ਹੋ ਜਾਣਾ ਹੈ, ਪਰ ਜੰਗ ਦੇ ਮੈਦਾਨ ਵਿੱਚੋਂ ਇੱਕ ਪੈਰ ਵੀ ਪਿੱਛੇ ਨਹੀਂ ਹਟਾਉਣਾ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਚੋਂ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਕਬੂ ਨਾ ਛਾੜੇ ਖੇਤ। ਪੰਨਾ 1105। ਗੁਰੂ ਬਾਣੀ ਦੇ ਇਸ ਉਪਦੇਸ਼ ਦੇ ਸਾਹਮਣੇ ਚਿੱਤ ਮੈਂ ਜੁੱਧ ਵਿਚਾਰੇ ਅਥਵਾ ਧਰਮ ਜੁੱਧ ਕਹਿ ਚਾਏ ਪੰਕਤੀਆਂ ਦਾ ਕੀ ਅਸਥਾਨ ਬਣਿਆ। ਕਿਸੇ ਨੂੰ ਆਪਣਾ ਭੈ ਦੇਣਾ ਬਹੁਤ ਮਾੜੀ ਗੱਲ ਹੈ, ਪਰ ਕਾਇਰਾਂ ਵਾਂਗ ਕਿਸੇ
ਦੂਜੇ ਦਾ ਭੈ ਮੰਨਣਾ ਉਸ ਤੋਂ ਵੀ ਵੱਧ ਸ਼ਰਮ ਵਾਲੀ ਗੱਲ ਹੈ। ਮੱਸਾ ਰੰਗੜ ਲਗਾਤਾਰ ਵਧੀਕੀ ਕਰੀ ਜਾ ਰਿਹਾ ਸੀ। ਰਾਜ ਮੱਧ ਵਿੱਚ ਅੰਨਾ ਹੋਇਆ ਕਿਸੇ ਦਲੀਲ ਨੂੰ ਸੁਣ ਸਕਣ ਵਾਲੀਆਂ ਸਾਰੀਆਂ ਹੱਦਾਂ ਟੱਪ ਚੁੱਕਾ ਸੀ। ਮਰਨਾ ਭੁਲਾ ਕੇ ਦਰਬਾਰ ਸਾਹਿਬ ਦੀ ਨਿਰੰਤਰ ਬੇਹੁਰਮਤੀ ਕਰ ਰਿਹਾ ਸੀ। ਉਸ ਨੂੰ ਜਿਸ ਸਥਿਤੀ ਵਿੱਚ ਅਤੇ ਜਿਸ ਵਿਧੀ ਨਾਲ ਖਤਮ ਕੀਤਾ ਸੀ ਉਹ ਅਦੁੱਤੀ ਸੂਰਮਤਾਈ ਵਾਲਾ ਵੱਡਾ ਸਾਕਾ ਸੀ। ਉਂਝ ਸਤਿਗੁਰਾਂ ਦੇ ਸਿੱਖ ਨੇ ਜੰਗ ਦੇ ਮੈਦਾਨ ਵਿੱਚ ਵੀ ਬਦਲਾ ਭਾਵਨਾ, ਈਰਖਾ ਅਤੇ ਕਰੋਧ ਤੋਂ ਭਾਈ ਕਨ੍ਹੱਈਆ ਜੀ ਵਾਂਗ ਨਿਰਲੇਪ ਰਹਿਣਾ ਹੈ। ਯਾਦ ਰੱਖਣਾ ਹੈ ਕਿ ਸ਼ਸਤਰਾਂ ਦੀ ਵਰਤੋਂ ਬੇਦਲੀਲੇ ਸ਼ਸਤਰਧਾਰੀ ਦੇ ਵਿਰੁੱਧ ਹੀ ਹੈ, ਨਹੀਂ ਤਾਂ ਸਦਾ ਗਿਆਨ ਦਾ ਖੜਗ ਵਰਤਣਾ ਹੀ ਗੁਰਸਿੱਖੀ ਹੈ। ਗੁਰਬਾਣੀ ਦੀ ਗਲਤ ਵਰਤੋਂ ਦੇ ਸਹਾਰੇ ਬਣੇ ਕਿਸੇ ਦੇਹਧਾਰੀ ਗੁਰੂ ਦੀ ਪ੍ਰਭੁਤਾ ਅਤੇ ਉਸ ਦੀ ਪ੍ਰਸਿੱਧਤਾ ਨੂੰ ਸ਼ੁੱਧ ਗੁਰਮਤਿ ਗਿਆਨ ਦੇ ਪ੍ਰਚਾਰ ਦੇ ਹੜ ਦੁਆਰਾ ਖਤਮ ਕਰਨਾ ਹੈ। ਹੋਸ਼ੇ ਪੈ ਕੇ ਹਥਿਆਰ ਕੱਢ ਤੁਰਨਾ ਅਗਿਆਨੀਆਂ ਦਾ ਕਰਮ ਹੈ। ਧੀਰਜਵਾਨ ਬਣ ਚੁੱਕੇ ਗੁਰਸਿੱਖ ਕੋਲ ਤਾਂ ਸਰਬਪੱਖੀ ਅਨੂਪਮ ਗਿਆਨ ਦਾ ਅਥਾਹ ਭੰਡਾਰ ਹੈ। ਸੱਚਾ ਗੁਰਮੁਖ ਤਾਂ ਬਹੁਤਾ ਕਰਕੇ ਗਿਆਨ ਖੜਗ ਦੀ ਹੀ ਵਰਤੋਂ ਕਰਦਾ ਹੈ। ਉਪਰੋਕਤ ਵੰਨਗੀ ਮਾਤਰ ਗੁਰੂ ਫਰਮਾਨਾਂ ਦੇ ਆਧਾਰ 'ਤੇ ਲਿਖੀ ਵਿਚਾਰ ਤੋਂ ਉਪਰੋਕਤ ਊੜਾ ਅਤੇ ਐੜਾ ਪਹਿਰਿਆਂ ਵਿਚਲੇ ਸ਼ੰਕੇ ਸਾਫ਼ ਹੋ ਜਾਣੇ ਚਾਹੀਦੇ ਹਨ। ਸ਼ੰਕਿਆਂ ਦਾ ਤੀਜਾ ਭਾਗ। ਈਡੀ ਨੰਬਰ 1। ਅਸਲ ਵਿੱਚ ਅਸੀਂ ਸਾਰੇ ਹੀ ਲੀਹੋਂ ਉਤਰੇ ਗੱਡੇ ਵਾਂਗ ਹਿਚਕੋਲੇ ਖਾ ਰਹੇ ਹਾਂ। ਬ੍ਰਾਹਮਣ ਦੇ ਚੇਲੇ ਬਣ ਚੁੱਕੇ ਅਸੀਂ ਸੱਚ ਨੂੰ ਤਿਆਗ ਕੇ ਮੁੜ ਝੂਠ ਦੀ ਪੂਜਾ ਆਰੰਭ ਕਰ ਲੈਣ ਲਈ ਬੜੇ ਕਾਹਲੇ ਪੈ ਰਹੇ ਹਾਂ। ਅਸੀਂ ਇਹ ਸਮਝਣ ਦੀ ਲੋੜ ਵੀ ਮੁਕਾ ਚੁੱਕੇ ਹਾਂ ਕਿ ਡਾਕਟਰ ਗੋਲਕ ਚੰਦ ਨਾਰੰਗ ਜੀ ਨੇ ਇਹ ਬਚਨ ਕਿਸ ਕਾਰਨ ਲਿਖੇ ਸਨ। ਇਹ ਦੁਨੀਆ ਦੇ ਲੋਕੋ ਧਿਆਨ ਨਾਲ ਸੁਣ ਲਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਦਾ ਫੌਲਾਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਬਖਸ਼ਿਸ਼ ਕੀਤਾ ਸੀ। ਰਾਜੇਸ਼ ਹੀ ਮੁਕੱਦਮ ਕੁੱਤੇ, ਪੰਨਾ 1288। ਇਹ ਬਚਨ ਉਸੇ ਨਿਰਭੈ ਸੂਰਮੇ ਸਤਿਗੁਰਾਂ ਦੇ ਹਨ ਜਿਨ੍ਹਾਂ ਨੇ ਬਾਬਰ ਜਿਹੇ ਜਾਬਰ ਦੀ ਫੌਜ ਵੱਲੋਂ ਐਮਨਾਬਾਦ ਵਿੱਚ ਹੋ ਰਹੀ ਕਤਲੇਆਮ ਸਮੇਂ ਇਉਂ ਫਰਮਾਨ ਵੀ ਕੀਤਾ ਸੀ। ਸਕਤਾ ਸਿੰਘ ਮਾਰੇ ਪੈ ਵੱਗੇ ਖਸਮੇ ਸਾ ਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆਂ ਸਾਰ ਨਾ ਕਾਈ, ਪੰਨਾ 360। ਅਤੇ ਫਿਰ ਸੀਸ ਭੇਟਾ ਕਰਨ ਦੀ ਗੱਲ ਸਿਰ ਧਰ ਤਲੀ ਗਲੀ ਮੇਰੀ ਆਓ ਵੀ ਪਹਿਲਾਂ ਉਸੇ ਪਰਮ ਸੂਰਮੇ ਗੁਰੂ ਪਰਮੇਸ਼ਰ ਨੇ ਹੀ ਕਹੀ ਸੀ। ਪਿਆਰਾ ਸਿੰਘ ਪਦਮ ਦਾ ਇਹ ਲਿਖਣਾ ਹੈ ਕਿ ਸ੍ਰੀ ਆਦਿ ਗ੍ਰੰਥ ਵਿੱਚ ਤਾਂ ਭਗਤੀ ਦੇ ਸ਼ਬਦ ਹਨ ਜਿਨ੍ਹਾਂ ਦੇ ਪੜ੍ਹਨ ਨਾਲ ਯੁੱਧ ਆਦਿ ਦੇ ਭਾਵ ਚੂਰ ਹੁੰਦੇ ਹਨ। ਨਿਰ ਆਧਾਰ ਅਤੇ ਭੁਲੇਖਾ ਪਾਊ ਕੋਰਾ ਝੂਠ ਹੈ। ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਦੇ ਸਦੀਵੀ ਮਾਲਕ ਬਣ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਆਦਿ ਗ੍ਰੰਥ ਲਿਖਣਾ ਵੀ ਗੁਰਦੇਵ ਜੀ ਦੀ ਉਵੇਂ ਹੀ ਨਰਾਦਰੀ ਹੈ ਜਿਵੇਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਸ੍ਰੀ ਲਹਿਣਾ ਜਾਂ ਸ੍ਰੀ ਲਹਿਣਾ ਪੁਰਖ ਕਰਕੇ ਲਿਖਣਾ ਜਾਂ ਕਹਿਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਦੀ ਘੋਰ ਬੇਅਦਬੀ ਕਰਨ ਦਾ ਅਪਰਾਧ ਹੈ। ਪਤਾ ਨਹੀਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਆਪਣੀ ਪੁਸਤਕ ਵਿੱਚ ਕਿਸ ਕਾਰਨ ਲਿਖਣੇ ਪਸੰਦ ਨਾ ਕੀਤੇ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਪੰਨਾ 1412। ਜਿਸ ਸਥਿਤੀ ਵਿੱਚ ਸਤਿਗੁਰੂ ਨਾਨਕ ਜੀ ਨੇ ਗੁਰਮਤ ਦਾ ਪ੍ਰਚਾਰ ਆਰੰਭਿਆ ਅਤੇ ਜਿਸ ਪ੍ਰਕਾਰ ਦੀ ਸਫਲਤਾ ਪ੍ਰਾਪਤ ਉਹਨਾਂ ਨੇ ਕੀਤੀ ਉਸ ਦੀ ਮਿਸਾਲ ਮਿਲਣੀ ਅਸੰਭਵ ਹੈ। ਉਹ ਸਾਰੀ ਘਾਲਣਾ ਬਾਰੇ ਅਸੀਂ ਪੁਸਤਕ ਦੇ ਪਹਿਲੇ ਭਾਗ ਦੇ ਪਹਿਲੇ ਕਾਂਡ ਵਿੱਚ ਬੜੇ ਵਿਸਥਾਰ ਨਾਲ ਪੜ੍ਹ ਆਏ ਹਾਂ। ਇਸ ਲੇਖ ਦੇ ਊੜਾ ਅਤੇ ਐੜਾ ਭਾਗ ਦੇ ਸ਼ੰਕਿਆਂ ਦੇ ਉੱਤਰ ਲਿਖਦਿਆਂ ਆਰੰਭ ਵਿੱਚ ਹੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਘਾਲਣਾ ਦੀ ਸੰਖੇਪ ਝਲਕੀ ਦਰਸਾਈ ਹੋਈ ਹੈ। ਦਸ਼ਮੇਸ਼ ਜੀ ਤੱਕ ਤਾਂ ਗੁਰੂ ਘਰ ਕਾਫੀ ਮਜ਼ਬੂਤ ਹੋ ਚੁੱਕਾ ਸੀ। ਗੁਰੂ ਸਾਹਿਬ ਦੀ ਕਮਾਨ ਵਿੱਚ 2000 ਸੂਰਮੇ ਹਰ ਸਮੇਂ ਰਹਿਣ ਦਾ ਰਿਵਾਜ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਪੈ ਚੁੱਕਾ ਸੀ। ਉਹਨਾਂ ਨੇ ਸ਼ਾਹੀ ਫੌਜਾਂ ਨੂੰ 4 ਵਾਰੀ ਭਾਂਜੜਾਂ ਪਾਈਆਂ। ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਫਿਰ ਭਾਈ ਜੈਤਾ ਜੀ ਨੇ ਚੰਡੀ ਚਰਿੱਤਰ ਤਾਂ ਨਹੀਂ ਸੀ ਪੜ੍ਹਿਆ ਹੋਇਆ। ਜਾਣ ਬੁੱਝ ਕੇ ਦਸ਼ਮੇਸ਼ ਜੀ ਨੂੰ ਪਹਿਲੇ ਗੁਰੂ ਸਾਹਿਬਾਨ ਨਾਲੋਂ ਅੱਡਰਾ ਕਰਨਾ ਬੜੀ ਖਤਰਨਾਕ ਕੁਟਲਤਾ ਹੈ। ਕਿ ਭੰਗਾਣੀ ਦਾ ਯੁੱਧ ਹਿੰਦੂ ਧਰਮ ਦੀ ਰਾਖੀ ਲਈ ਲੜਿਆ ਗਿਆ ਸੀ ਕਿ ਜਾਂ ਹਿੰਦੂ ਰਜਵਾੜਿਆਂ ਦੇ ਹੱਥੋਂ ਦਸ਼ਮੇਸ਼ ਜੀ ਦੀ ਜਾਨ ਦੀ ਰੱਖਿਆ ਲਈ। ਪੀਰ ਬੁੱਧੂ ਸ਼ਾਹ ਦੇ ਭਰਾਵਾਂ, ਪੁੱਤਰਾਂ ਅਤੇ 700 ਮਰੀਦਾਂ ਨੇ ਜਾਨਾਂ ਵਾਰੀਆਂ ਸਨ। ਦਸ਼ਮੇਸ਼ ਜੀ ਨੇ ਆਪ ਪੁੱਜ ਕੇ ਹਿੰਦੂਆਂ ਦੀ ਰੱਖਿਆ ਲਈ ਕਿਹੜਾ ਜੰਗ ਸਿਹੜਿਆ ਸੀ। ਫਿਰ ਇਹ ਵੀ ਕਿਵੇਂ ਭੁੱਲਿਆ ਜਾ ਸਕਦਾ ਹੈ ਕਿ ਜੇ ਬੇਦਾਵਾ ਲਿਖ ਕੇ ਕਿਲੇ ਵਿੱਚੋਂ ਚਲੇ ਜਾਣ ਵਾਲਾ ਸਾਕਾ ਸੱਚ ਹੈ ਤਾਂ ਜਿਹੜੇ ਲੋਕ ਕਲਗੀਧਰ ਜੀ ਨੂੰ ਸਖਤ ਔਕੜ ਸਮੇਂ ਛੱਡ ਤੁਰੇ ਸਨ
ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਨ ਨਾਲ ਦਸਮ ਗ੍ਰੰਥ ਵਾਲੀ ਕਥਤ ਜੋਸ਼ੀਲੀ ਬਾਣੀ ਵੀ ਜ਼ਰੂਰ ਪੜ੍ਹੀ ਸੁਣੀ ਹੋਣੀ ਹੈ। ਜਗਰਾਤਿਆਂ ਵਿੱਚ ਦੁਰਗਾ ਦੇਵੀ ਦੀਆਂ ਯੁੱਧ ਪ੍ਰਾਪਤੀਆਂ ਦੇ ਸਾਕੇ ਹਿੰਦੂ ਪਰਿਵਾਰ ਹਜ਼ਾਰਾਂ ਸਾਲਾਂ ਤੋਂ ਸੁਣਦੇ ਆ ਰਹੇ ਸਨ। ਮੁਹੰਮਦ ਬਿਨ ਕਾਸਮ, ਤੈਮੂਰ, ਮਹਿਮੂਦ, ਬਾਬਰ ਆਦਿ ਕਈ ਹਮਲਾਵਰ ਉਹਨਾਂ ਦੇ ਧਨ ਦੇ ਨਾਲ ਉਹਨਾਂ ਦੀ ਪਤ ਸਭ ਕੁਝ ਸੈਂਕੜੇ ਸਾਲ ਲੁੱਟੀ ਗਏ। ਦੇਵੀ ਦੇ ਭਗਤਾਂ ਨੇ ਕਿਸੇ ਨੂੰ ਰੋਕਣਾ ਤਾਂ ਕੀ ਸੀ, ਸਗੋਂ ਰੋਂਦੀਆਂ ਕੁਰਲਾਉਂਦੀਆਂ ਆਪਣੀਆਂ ਧੀਆਂ ਭੈਣਾਂ ਆਪ ਆਪਣੇ ਮੋਢਿਆਂ 'ਤੇ ਚੁੱਕ ਕੇ ਜਾਬਰਾਂ ਦੇ ਹਵਾਲੇ ਕਰ ਆਉਂਦੇ ਰਹੇ ਸਨ। ਉਹਨਾਂ ਹੀ ਜਾਬਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਲਈ ਆ ਰਹੇ ਘੋੜੇ ਖੋਹ ਕੇ ਸਖਤ ਪਹਿਰੇ ਵਾਲੇ ਸ਼ਾਹੀ ਕਿਲੇ ਵਿੱਚ ਲਿਆ ਬੰਨੇ ਸਨ। ਸਤਿਗੁਰਾਂ ਨੇ ਫੌਜੀ ਕਾਰਵਾਈ ਦੀ ਗੱਲ ਛੇੜੀ ਤਾਂ ਭਾਈ ਬਿਧੀ ਚੰਦ ਸਤਿਗੁਰਾਂ ਦੀ ਆਗਿਆ ਲੈ ਕੇ ਇਕੱਲਾ ਹੀ ਸ਼ਾਹੀ ਕਿਲੇ ਵਿੱਚੋਂ ਦੋਵੇਂ ਘੋੜੇ ਲੈ ਆਇਆ ਸੀ। ਦਸਮ ਗ੍ਰੰਥ ਦੀ ਬਾਣੀ ਦਾ ਢੋਲ ਵਜਾਉਣਾ ਆਰੰਭ ਕਰਨ ਵਾਲਿਆਂ ਨੇ ਦਸ਼ਮੇਸ਼ ਜੀ ਦੇ ਪਾਵਨ ਨਾਮਣੇ ਨਾਲ ਅਜਿਹਾ ਕਈ ਕੁਝ ਜੋੜ ਦਿੱਤਾ ਹੈ ਜਿਸ ਦੇ ਸਿੱਟੇ ਪੰਥ ਨੂੰ ਦਿਨ ਬ ਦਿਨ ਢਹਿੰਦੀਆਂ ਕਲਾ ਵੱਲ ਲਈ ਜਾ ਰਹੇ ਹਨ। ਪੰਥ ਦੇ ਸਿਰਜਣਹਾਰ ਗੁਰੂ ਨਾਨਕ ਸਾਹਿਬ ਜੀ ਹੀ ਹਨ, ਕਿਉਂਕਿ ਦਸਾਂ ਹੀ ਸਰੂਪਾਂ ਸਮੇਂ ਉਹ ਆਪ ਹੀ ਆਪ ਵਰਤ ਰਹੇ ਸਨ। ਆਓ ਰਲ ਕੇ ਉੱਚੀ ਸੁਰ ਵਿੱਚ ਪੁਕਾਰੀਏ, ਹੇ ਗਰੀਬ ਨਿਆਸਰਿਆਂ ਦੇ ਆਸਰੇ, ਦੁਖੀਆਂ ਦੇ ਸੱਚੇ ਹਮਦਰਦ, ਸ੍ਰੀ ਗੁਰੂ ਨਾਨਕ ਸਾਹਿਬ ਜੀਓ, ਤੁਹਾਡੇ ਬਿਨਾਂ ਅਜਿਹਾ ਚਮਤਕਾਰ ਕੌਣ ਕਰ ਸਕਦਾ ਸੀ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥੇ ਛਤਰ ਤਰੇ ਰਹਾਓ। ਪੰਨਾ 1106। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪੰਜਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 3 ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।